ਪੰਥ ਦੀ ਕਥਾ ਚੱਲ ਰਹੀ ਹੈ। 18ਵੀਂ ਸਦੀ ਦਾ ਇਤਿਹਾਸ ਜੋ ਪੰਥ ਖਾਲਸੇ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਹਰ ਰੋਜ਼ ਸਿੱਖਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਨਵੀਂ ਮੁਸੀਬਤ ਅਹਿਮਦ ਸ਼ਾਹ ਅਬਦਾਲੀ ਚੜ੍ਹ ਕੇ ਆ ਗਿਆ। ਉਹਨੇ ਪੰਜਾਬ ਦੇ ਵਿੱਚ ਲਾਹੌਰ ਤੇ ਕਬਜ਼ਾ ਕਰ ਲਿਆ ਤੇ ਆਪ ਦਿੱਲੀ ਨੂੰ ਚਲਾ ਗਿਆ। ਪਿੱਛੇ ਫੌਜ ਛੱਡ ਗਿਆ ਗਿਲਜਿਆਂ ਦੀ। ਗਿਲਜੇ ਯਾਨੀ ਪਠਾਨ, ਜਿਹੜੇ 7.5 ਫੁੱਟ ਲੰਮੇ ਬੜੇ ਬੜੇ ਜਵਾਨ ਹੁੰਦੇ ਨੇ ਔਰ ਇੱਕ ਇੱਕ ਬੰਦਾ ਇੱਕ ਇੱਕ ਬੱਕਰਾ ਜਾਂ ਦੁੰਬਾ ਖਾ ਜਾਂਦਾ ਔਰ 2 ਘੋੜੇ ਹਰ ਇੱਕ ਸਵਾਰ ਕੋਲ ਹੁੰਦੇ ਨੇ। 15-20 ਮਿੰਟ ਬਾਅਦ ਘੋੜਾ ਬਦਲਣਾ ਪੈ ਜਾਂਦਾ, ਇੰਨਾ ਭਾਰ ਹੁੰਦਾ ਉਹਨਾਂ ਜਵਾਨਾਂ ਦਾ। ਤੇ ਘੋੜੇ ਵੀ ਉਹਨਾਂ ਦੇ ਬੜੇ ਬਹੁਤ ਜ਼ਿਆਦਾ ਬਲੀ ਔਰ ਜੰਗੀ ਹੁੰਦੇ ਨੇ। ਮਣ ਲੋਹਾ ਸੰਜੋਆਂ ਦੇ ਵਿੱਚ ਹੁੰਦਾ ਤੇ ਸ਼ਸਤਰ ਦੇ ਸਿਰ ਤੇ ਟੋਪ ਤੇ ਉਹਨਾਂ ਦਾ ਭਾਰ ਹੀ ਬਹੁਤ ਹੁੰਦਾ ਸ਼ਸਤਰਾਂ ਦਾ। ਉਹ ਦੁਰਾਨੀ ਦੇ ਖਾਸ ਜਰਨੈਲ ਯਾਨੀ ਜਿਨ੍ਹਾਂ ਦੀ ਖਾਸ ਟ੍ਰੇਨਿੰਗ ਸੀ, ਜਿਵੇਂ ਅੱਜ ਕੱਲ੍ਹ ਖਾਸ ਕਮਾਂਡੋ ਦਸਤੇ ਹੁੰਦੇ ਆ, ਉਹਨਾਂ ਦਿਨਾਂ ਵਿੱਚ ਉਹ ਗਿਲਜਿਆਂ ਦੀ ਫੌਜ ਸਮਝੋ ਕਮਾਂਡੋ ਫੌਜ ਸੀ, ਬਹੁਤ ਖਤਰਨਾਕ ਸਮਝੇ ਜਾਂਦੇ ਸੀ। ਬੜੀ ਭਾਰੀ ਫੌਜ ਉਹਨਾਂ ਦੀ ਲਾਹੌਰ ਠਹਿਰ ਗਈ। ਉਹਨਾਂ ਨੇ ਸਿੰਘਾਂ ਦਾ ਸ਼ਿਕਾਰ ਕਰਨ ਲਈ ਚਾਲੇ ਪਾਏ। ਪਤਾ ਲੱਗਾ ਵੀ ਇੱਥੇ ਇੱਕ ਬਾਗੀਆਂ ਦੀ ਕੌਮ ਹੈ, ਉਹ ਸਰਕਾਰ ਦੇ ਹੁਕਮ ਨੂੰ ਮੰਨਦੀ ਨਹੀਂ। ਗਿਲਜੇ ਕਹਿੰਦੇ ਅਸੀਂ ਦੇਖਦੇ ਹਾਂ ਕੌਣ ਨੇ। ਉਹ ਗਿਲਜੇ ਤੁਰ ਪਏ। ਉਹਨਾਂ ਨੂੰ ਦੇਖ ਕੇ ਸਿੰਘ ਦਰਿਆਓਂ ਪਾਰ ਲੰਘ ਗਏ, ਦੁਆਬੇ ਜਾ ਵੜੇ। ਗਿਲਜਿਆਂ ਨੇ ਚਿੱਠੀ ਲਿਖੀ ਸਿੱਖਾਂ ਨੂੰ ਵੀ ਅਸੀਂ ਤਾਂ ਤੁਹਾਡੀ ਬਹਾਦਰੀ ਦਾ ਕਿੱਸਾ ਸੁਣ ਕੇ ਆਏ ਸੀ, ਵੀ ਬੜੇ ਸਿੰਘ ਕਹਾਉਂਦੇ, ਸਿੰਘ ਨਾਮ ਸ਼ੇਰ ਦਾ, ਪਰ ਤੁਸੀਂ ਤਾਂ ਗਿੱਦੜ ਹੋ। ਤੁਸੀਂ ਤਾਂ ਭੱਜ ਗਏ ਸਾਨੂੰ ਦੇਖ ਕੇ। ਸਾਡੇ ਘੋੜਿਆਂ ਦੀ ਟਾਪਾਂ ਸੁਣ ਕੇ ਦੌੜ ਗਏ ਤੁਸੀਂ। ਸਾਡੇ ਘੋੜਿਆਂ ਦੇ ਪੈਰਾਂ ਨਾਲ ਉੱਡਦੀ ਧੂੜ ਦੇਖ ਕੇ ਤੁਸੀਂ ਡਰ ਗਏ। ਤੁਸੀਂ ਕਾਹਦੇ ਸ਼ੇਰ ਹੋ, ਕਾਹਦੇ ਸਿੰਘ ਹੋ। ਇੱਦਾਂ ਦੀ ਬੋਲੀ ਉਹਨਾਂ ਨੇ ਜਦੋਂ ਮਾਰੀ। ਗਰਦ ਦੇਖ ਤੁਮ ਭੱਜ ਗਏ, ਭਏ ਦਰਿਆਵੋਂ ਪਾਰ, ਝੂਠ ਕਹਾਵੋ ਸਿੰਘ ਤੁਮ, ਗੀਦੀ ਗੁਲਾਮ ਗਵਾਰ। ਘੋੜਿਆਂ ਦੇ ਪੈਰਾਂ ਦੀ ਧੂੜ ਵੇਖ ਕੇ ਉੱਡ ਗਏ ਹੋ, ਕਾਹਦੇ ਸ਼ੇਰ ਹੋ। ਇੱਦਾਂ ਦੀ ਜਦੋਂ ਉਹਨਾਂ ਨੇ ਚਿੱਠੀ ਲਿਖੀ, ਨਾਲੇ ਵੀ ਲਿਖਤਾ ਵੀ ਅਸੀਂ ਇੱਕ ਬੰਦਾ ਭੇਜਾਂਗੇ, ਸਾਡਾ ਇੱਕ ਪਠਾਨ ਆਏਗਾ ਤੇ ਤੁਸੀਂ ਆਪਣੇ 2 ਸਿੰਘ ਭੇਜੋ। ਤੁਹਾਡੇ 2 ਸਿੰਘਾਂ ਨਾਲ ਸਾਡਾ ਇਕੱਲਾ ਪਠਾਨ ਲੜੇਗਾ। ਜਦੋਂ ਇਹ ਚਿੱਠੀ ਬਾਬਾ ਜੀ ਨਵਾਬ ਕਪੂਰ ਸਿੰਘ ਸਾਹਿਬ ਜੀ ਜਥੇਦਾਰ ਤੇ ਪੰਥ ਦੇ ਸਿਆਣਿਆਂ ਸਿੰਘਾਂ ਕੋਲ ਪਹੁੰਚੀ, ਉਹਨਾਂ ਨੇ ਵਿਚਾਰ ਕੀਤਾ ਵੀ ਇਹ ਕਿਵੇਂ ਇਹਨਾਂ ਨੂੰ ਜਵਾਬ ਲਿਖੀਏ। ਤਾਂ ਸਿੰਘਾਂ ਨੇ ਦੀਵਾਨ ਲਾ ਕੇ, ਨਦੀ ਤੋਂ ਉਰਲੇ ਪਾਸੇ ਸਿੰਘ ਬੈਠੇ ਸੀ, ਪਰਲੇ ਪਾਸੇ ਬਿਆਸਾ ਤੋਂ ਇਹ ਤੁਰਕ ਬੈਠੇ ਸੀ। ਚਿੱਠੀ ਲਿਖੀ ਖਾਲਸੇ ਨੇ। ਉਹ ਚਿੱਠੀ ਦੇ ਬਚਨ ਅੱਜ ਸੁਣੋ ਪਿਆਰ ਨਾਲ। ਔਰ ਇਹ ਵੀ ਆਪਾਂ ਸੁਣ ਚੁੱਕੇ ਹਾਂ ਵੀ ਇਹਨਾਂ ਦਿਨਾਂ 'ਚ ਭਾਈ ਸੁੱਖਾ ਸਿੰਘ ਜੀ ਦੀ ਸਾਰੀ ਕਥਾ ਚੱਲ ਰਹੀ ਹੈ। ਸੁੱਖਾ ਸਿੰਘ ਦਾ ਉਦੋਂ ਬਾਟਾ ਵੱਖਰਾ ਕੀਤਾ ਹੋਇਆ ਸੀ, ਕਿਉਂਕਿ ਉਹਨਾਂ ਦੇ ਘਰ ਲੜਕੀ ਅਕਾਲ ਚਲਾਣਾ ਕਰ ਗਈ ਜੰਮਦਿਆਂ ਹੀ, ਪਰ ਰੌਲਾ ਪੈ ਗਿਆ ਵੀ ਸਿੰਘ ਨੇ ਕੁੜੀ ਮਾਰ ਦਿੱਤੀ ਹੈ। ਜਿਹੜਾ ਕੁੜੀ ਮਾਰ ਦਿੰਦਾ ਸੀ ਉਹਦਾ ਭਾਂਡਾ ਵੱਖਰਾ ਕਰ ਦਿੰਦੇ ਸੀਗੇ, ਉਹਨੂੰ ਆਪਣੇ ਨਾਲ ਕਿਸੇ ਬਰਤਨ ਨੂੰ ਹੱਥ ਨਹੀਂ ਸੀ ਲਾਣ ਦਿੰਦੇ। ਕਹਿੰਦੇ ਵੀ ਪਿੱਛੇ ਰਹਿ ਕੇ ਲੰਗਰ ਛਕ, ਪਿੱਛੇ ਰਹਿਣਾ ਪੈਂਦਾ ਸੀ। ਜਿੱਥੇ ਉਹਦੀ ਪਹਿਲਾਂ ਬਹੁਤ ਜ਼ਿਆਦਾ ਚੜ੍ਹਦੀ ਕਲਾ ਸੀ, ਫਿਰ ਉੱਥੇ ਉਹਦੀ ਫਿਰ ਬਦਨਾਮੀ ਹੋ ਗਈ ਸੀ। ਪਰ ਹੈ ਉਹ ਪੰਥ ਵਿੱਚ ਹੀ ਸੀ, ਪੰਥ ਤੋਂ ਬਾਹਰ ਨਹੀਂ ਸੀ ਗਿਆ, ਰਹਿੰਦਾ ਥੋੜ੍ਹਾ ਜਿਹਾ ਪਛੜ ਕੇ ਸੀ। ਸੋ ਉਸ ਸਮੇਂ ਦੀ ਇਹ ਗੱਲ ਚੱਲ ਰਹੀ ਹੈ। ਹੁਣ ਸੁਣੋ ਪਿਆਰ ਨਾਲ, ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ 10 ਦੁਰਾਨੀ ਤੁਮ ਇਤ ਤੇ ਆਇਓ। ਬਾਬਾ ਜੀ ਸਿੰਘਨ ਲਾਏ ਦੀਵਾਨ ਤਬ ਲਈ ਲਿਖਤ ਸਭ ਵਾਚ, ਉੱਤਰ ਉਨਕੋ ਲਿਖ ਪਠਿਓ ਹਮ ਤੁਮ ਲਰਨੇ ਮਸਾਤ। ਕਹਿੰਦੇ ਵੀ ਠੀਕ ਆ ਵੀ ਅਸੀਂ ਤੁਹਾਡਾ ਮੁਕਾਬਲਾ ਕਰਾਂਗੇ। ਸਿੰਘਾਂ ਨੇ ਦੀਵਾਨ ਲਾ ਕੇ ਚਿੱਠੀ ਦਾ ਜਵਾਬ ਲਿਖਤਾ, 10 ਦੁਰਾਨੀ ਤੁਮ ਇਤ ਤੇ ਆਇਓ। ਉਹਨਾਂ ਦੇ ਆਖਿਆ ਸੀ ਤਾਂ ਵੀ ਅਸੀਂ ਇੱਕ ਪਠਾਨ ਭੇਜਾਂਗੇ ਤੇ ਤੁਸੀਂ 2 ਸਿੰਘ ਭੇਜਿਆ ਜੇ। ਅੱਗੋਂ ਬਾਬਾ ਜੀ ਨੇ, ਨਵਾਬ ਕਪੂਰ ਸਿੰਘ ਜੀ ਨੇ ਜਵਾਬ ਲਿਖਿਆ ਵੀ ਅਸੀਂ 5 ਭੇਜਾਂਗੇ, ਤੁਸੀਂ 10 ਭੇਜਿਆ ਜੀ। 10 ਪਠਾਨ ਭੇਜੋ ਦੁਰਾਨੀ ਗਿਲਜੇ, ਤੁਸੀਂ ਚੰਗੇ ਆਪਣੇ 94 ਜਵਾਨ ਭੇਜੋ।
ਹਾਥ ਬੰਦੂਕ ਤੁਮ ਵੱਡੀ ਫੜਾਇਓ। ਔਰ ਵੱਡੀਆਂ ਬੰਦੂਕਾਂ ਫੜਾ ਕੇ ਆਪਣੇ ਸਿਪਾਹੀਆਂ ਨੂੰ ਭੇਜਿਆ ਜੇ, ਆਪਣੀ ਫੌਜ ਨੂੰ। ਇਤ ਤੇ ਆਵੈ ਪੰਜ ਭੁਜੰਗੇ। ਇਧਰੋਂ 5 ਭੁਜੰਗੀ ਆਉਣਗੇ। ਭੁਜੰਗੀ ਨਾਮ ਸਿੰਘਾਂ ਸੂਰਬੀਰਾਂ ਦਾ ਹੈ, ਨੌਜਵਾਨਾਂ ਦਾ। ਸਾਡੇ 5 ਭੁਜੰਗੇ ਆਉਣਗੇ। ਢਾਲ ਤਲਵਾਰਨ ਫੜ ਰਾਮ ਜੰਗੇ। ਔਰ ਢਾਲਾਂ ਤਲਵਾਰਾਂ ਰਾਮ ਜੰਗੇ ਫੜ ਕੇ ਆਉਣਗੇ। ਫਿਰ ਗਿਲਜਨ ਇਮ ਆਖ ਕਲਾਈ। ਅੱਗੋਂ ਗਿਲਜਿਆਂ ਨੇ ਜਦੋਂ ਇਹ ਚਿੱਠੀ ਖਾਲਸੇ ਦੀ ਪਹੁੰਚੀ ਵੀ ਸਾਡੇ 5 ਸਿੰਘ ਆਉਣਗੇ ਬੰਦੂਕਾਂ ਲੈ ਕੇ, ਤੁਸੀਂ 10 ਬੰਦੂਕਾਂ ਵਾਲੇ ਭੇਜੋ। ਜਦੋਂ ਇਹ ਗੱਲ ਆਖੀ ਗਿਲਜਿਆਂ ਨੇ, ਹਮ ਫੜ ਲੜੈ ਨਾ ਬੰਦੂਕ ਲੜਾਈ। ਗਿਲਜਿਆਂ ਨੇ ਜਵਾਬ ਦਿੱਤਾ ਸਿੰਘਾਂ ਨੂੰ, ਸਿੰਘੋ ਅਸੀਂ ਬੰਦੂਕ ਦੀ ਲੜਾਈ ਕਰਨ ਨਹੀਂ ਆਏ। ਅਸੀਂ ਅਫਗਾਨਿਸਤਾਨ ਤੋਂ, ਈਰਾਨ ਤੋਂ ਆਏ ਆ। ਅਸੀਂ ਬੰਦੂਕਾਂ ਚਲਾਉਣ ਨਹੀਂ ਆਏ ਇੱਥੇ। ਅਸੀਂ ਬੰਦੂਕ ਦੀ ਲੜਾਈ ਨਹੀਂ ਕਰਨੀ ਤੁਹਾਡੇ ਨਾਲ। ਛੁਰੀ ਕਟਾਰੇ ਸ਼ਮਸ਼ੇਰ ਫੜ ਆਵੈ। ਅਸੀਂ ਤਾਂ ਬਰਛਾ, ਢਾਲ ਤਲਵਾਰ, ਖੰਜਰ, ਇਹ ਜਿਹੜੇ ਹੱਥੋਂ ਹੱਥੀ ਲੜਨ ਵਾਲੇ ਸ਼ਸਤਰ ਨੇ, ਇਹ ਲੈ ਕੇ ਆਵਾਂਗੇ। ਕਿਉਂਕਿ ਬੰਦੇ ਦੇ ਜ਼ੋਰ ਦਾ ਪਤਾ ਤਾਂ ਹੱਥੀ ਹੱਥੀ ਲੜਾਈ 'ਚ ਲੱਗਦਾ। ਗੋਲੀ ਦਾ ਕੀ ਹੈ, ਦੂਰੋਂ ਮਾਰ ਦਿਓ ਅਗਲਾ ਮਰ ਜਾਂਦਾ। ਛੁਰੀ ਕਟਾਰੀ ਸ਼ਮਸ਼ੇਰ ਫੜ ਆਵੈਂ। ਪਠਾਨ ਕਹਿੰਦੇ ਅਸੀਂ ਤਲਵਾਰ ਦੇ ਹੱਥ ਕਰਾਂਗੇ, ਕਟਾਰ ਦੇ ਹੱਥ ਕਰਾਂਗੇ, ਛੁਰੀ ਦੇ ਹੱਥ ਕਰਾਂਗੇ। ਯਾਨੀ ਜੇ ਤੁਹਾਡੇ ਨਾਲ ਲੜਾਂਗੇ ਤੇ ਅਸੀਂ ਹੱਥੋਂ ਹੱਥੀ ਲੜਾਈ ਲੜਾਂਗੇ। ਤੀਰ ਬੰਦੂਕ ਹਮ ਨਹਿ ਲੈ ਆਵੈ। ਅਸੀਂ ਤੀਰ ਬੰਦੂਕ ਲੈ ਕੇ ਨਹੀਂ ਆਉਣਾ ਸਿੰਘਾਂ ਦੇ। ਅਸੀਂ ਤੀਰ ਵੀ ਨਹੀਂ ਚਲਾਣੇ ਦੂਰੋਂ, ਤੇ ਅਸੀਂ ਗੋਲੀ ਵੀ ਨਹੀਂ ਚਲਾਣੀ। ਅਸੀਂ ਤਾਂ ਭਾਈ ਇਦਾਂ ਹੱਥੋਂ ਹੱਥੀ ਲੜਾਈ ਵੇਖਣ ਆਏ ਆ, ਤੁਹਾਡੇ ਹੱਥ ਵੇਖਣੇ ਸਿੱਖਾਂ ਦੇ। ਤੇਗ ਕਟਾਰੀ ਛੁਰੀ ਤੁਮ ਫੜੋ। ਤੁਸੀਂ ਵੀ ਤਲਵਾਰ, ਢਾਲ, ਬਰਛਾ, ਕਟਾਰੀ ਫੜ ਕੇ ਲੜੋ ਸਾਡੇ ਨਾਲ। ਸਾਡਾ ਮਨ ਦਾ ਸ਼ੌਂਕ ਹੈ ਵੀ ਅਸੀਂ ਸਿੰਘਾਂ ਨਾਲ ਤਲਵਾਰ ਦੇ ਹੱਥ ਕਰਨੇ ਚਾਹੁੰਦੇ ਆ। ਬੰਦੂਕ ਕਮਾਨ ਆਵੋ ਘਰ ਧਰੋ। ਆਪਣੀਆਂ ਬੰਦੂਕਾਂ ਤੇ ਤੀਰ ਕਮਾਨਾਂ ਪਿੱਛੇ ਰੱਖ ਕੇ ਘਰ ਰੱਖ ਕੇ ਆਇਆ ਜੇ। ਅਸੀਂ ਤੁਹਾਡੇ ਨਾਲ ਤੀਰ ਬੰਦੂਕ ਦੀ ਲੜਾਈ ਨਹੀਂ ਲੜਦੇ। ਇਹਦਾ ਕਾਰਨ ਇਹ ਵੀ ਹੈ ਵੀ ਇਹਨਾਂ ਨੂੰ ਇਹ ਪਤਾ ਸੀ ਕਿ ਸਿੱਖਾਂ ਦੀ ਬੰਦੂਕ ਸਭ ਤੋਂ ਡਾਢੀ। ਖਾਲਸੇ ਦੇ ਵਿੱਚ ਇੱਕ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ ਹੈ ਵੀ ਜੋ ਬੰਦੂਕ ਦਾ ਨਿਸ਼ਾਨਾ ਸਿੱਖ ਲਾ ਸਕਦੇ ਆ, ਦੂਸਰੀ ਕਿਸੇ ਕੌਮ ਨੂੰ ਇਹ ਪ੍ਰਾਪਤ ਨਹੀਂ ਹੋਇਆ। ਕਿਉਂਕਿ ਨਿਸ਼ਾਨਾ ਲਾਉਣ ਵਿੱਚ ਇੱਕ ਸਾਇੰਸ ਹੈ ਵੀ ਜਿਹਦਾ ਮਨ ਜ਼ਿਆਦਾ ਇਕਾਗਰ ਹੋਏਗਾ ਉਹਦਾ ਨਿਸ਼ਾਨਾ ਜ਼ਿਆਦਾ ਲੱਗੇਗਾ। ਇਹ ਗੱਲ ਪੱਕੀ ਹੈ। ਜਿਹਦੇ ਮਨ ਦੀ ਬਿਰਤੀ ਸ਼ਾਂਤ ਹੈ, ਜਿਹਦਾ ਰੱਬ ਦੇ ਨਾਲ ਧਿਆਨ ਜੁੜਿਆ ਹੋਇਆ, ਜਿਹਦਾ ਮਨ ਭੈੜੇ ਪਾਸੇ ਨਹੀਂ ਜਾਂਦਾ, ਉਹ ਜਿਹੜਾ ਵੀ ਕੰਮ ਕਰੇਗਾ ਇਕਾਗਰਤਾ ਨਾਲ ਕਰੇਗਾ। ਸਿੰਘ ਸਵੇਰੇ 2 ਵਜੇ ਉੱਠਦੇ, ਇਸ਼ਨਾਨ ਕਰਦੇ, ਬਾਣੀ ਪੜ੍ਹਦੇ, ਨਾਮ ਜਪਦੇ, ਧਿਆਨ ਪਰਮੇਸ਼ਰ 'ਚ ਰਹਿੰਦਾ। ਜਿਹੜਾ ਕੰਮ ਕਰਦੇ ਉਹ ਫਤਿਹ ਹੁੰਦਾ। ਸੋ ਪਠਾਣਾਂ ਨੂੰ ਇਹ ਪਤਾ ਸੀ ਸਿੱਖਾਂ ਦੀ ਗੋਲੀ ਬੜੀ ਭੈੜੀ ਹੈ। ਇਸ ਕਰਕੇ ਉਹ ਕਹਿੰਦੇ ਵੀ ਸਿੱਖੋ ਤੋ ਬੰਦੂਕ ਨਾਲ ਨਹੀਂ ਅਸੀਂ ਤੁਹਾਡੇ ਨਾਲ ਲੜਨਾ, ਢਾਲ ਤਲਵਾਰ ਨਾਲ ਲੜਨਾ ਚਾਹੁੰਦੇ ਹਾਂ। ਹਾਂਜੀ, ਆਗੇ ਖਾਲਸੇ ਲਿਖੇ ਕਰਾਰ। ਅੱਗੋਂ ਸਿੰਘਾਂ ਨੇ ਜਵਾਬ ਲਿਖਿਆ। ਫਿਰ ਬਾਬਾ ਨਵਾਬ ਕਪੂਰ ਸਿੰਘ ਜੀ ਵਰਗੇ ਸਿਆਣੇ ਸਿੰਘਾਂ ਨੇ ਚਿੱਠੀ ਲਿਖੀ। ਹਮ ਤੋਂ ਲੜੈ ਬੰਦੂਕ ਸੰਭਾਰ। ਨਾ ਬਈ ਤੁਹਾਡੀ ਸ਼ਰਤ ਥੋੜਾ ਮੰਨਣੀ ਹੈ, ਅਸੀਂ ਬੰਦੂਕ ਨਾਲ ਲੜਾਂਗੇ। ਕਿਉਂਕਿ ਸਿੰਘਾਂ ਨੂੰ ਇਹ ਪਤਾ ਸੀ ਕਿ ਇਹ ਜਿਹੜੇ ਪਠਾਨ ਨੇ ਨਾ, ਬੰਦੂਕ ਨਾਲ ਤੇ ਸਾਡੇ ਤੋਂ ਡਰਦੇ ਨੇ, ਤਲਵਾਰ ਜੇ ਸਾਡੇ ਤੇ ਭਾਰੀ ਨੇ। ਕਾਰਨ ਉਹ ਜਵਾਨ ਬੜੇ ਆ। ਪੰਜਾਬ ਦੇ ਜਵਾਨ ਵੀ ਠੀਕ ਨੇ, ਪਰ ਸਾਡੇ ਕੋਲ ਉਦੋਂ ਇੰਨੀ ਤੰਗੀ ਸੀ ਨਾ ਸਾਡੇ ਘਰਾਂ ਵਿੱਚ ਵੀ ਪੰਜਾਬ ਖੁਸ਼ਹਾਲ ਨਹੀਂ ਸੀ ਉਦੋਂ ਜਿੰਨਾ ਹੁਣ ਹੈ। ਉਦੋਂ ਤੰਗੀਆਂ ਸਨ। ਤੰਗੀਆਂ ਦੇ ਵਿੱਚ ਫਿਰ ਰੁੱਖੀ ਮਿੱਸੀ ਖਾ ਕੇ ਕਿੰਨਾ ਕੁ ਬੰਦੇ 'ਚ ਬਲ ਹੁੰਦਾ। ਚਲੋ ਸਿੰਘ ਚੰਗੇ ਚੰਗੇ ਵੀ ਸੀਗੇ, ਪਰ ਪਠਾਣਾ ਦੀ ਰੀਸ ਕੋਈ ਨਹੀਂ ਸੀ। ਇਹ ਮੰਨਣਾ ਪੈਂਦਾ ਜਿਹੜੀ ਗੱਲ ਸੱਚੀ ਹੈ। ਉਹ ਹੁਣ ਇਕੱਲੇ ਬੱਕਰਾ ਖਾ ਜਾਣੇ ਇੱਕ ਟਾਈਮ ਤੇ ਹਜਮ ਕਰ ਜਾਂਦੇ ਆ। ਉਹਨਾਂ ਦੀ ਤਾਕਤ ਕਿੱਥੇ ਤੇ ਸਾਡੀ ਮਾਤੜਾਂ ਦੀ ਕਿੱਥੇ। ਸਿੰਘ ਸਮਝਦੇ ਸੀ ਵੀ ਇਹਨਾਂ ਨੂੰ ਆਪਾਂ ਗੋਲੀ ਨਾਲ ਤੇ ਡਾਹ ਸਕਦੇ ਹਾਂ, ਤਲਵਾਰ ਨਾਲ ਇਹ ਨਹੀਂ ਕਾਬੂ ਆਉਂਦੇ। ਸਿੰਘ ਕਹਿੰਦੇ ਅਸੀਂ ਤਾਂ ਬੰਦੂਕ ਨਾਲ ਲੜਾਂਗੇ, ਸਾਨੂੰ ਤੁਹਾਡੀ ਸ਼ਰਤ ਥੋੜਾ ਮੰਨਣੀ ਹੈ। ਜੰਗ ਕਰੋ, ਆਓ ਸਾਡੇ ਨਾਲ। ਹਾਂਜੀ, ਸ੍ਰੀ ਸਤਿਗੁਰ ਨੇ ਹਮੈ ਫੁਰਮਾਇਆ। ਬਾਬਾ ਕਪੂਰ ਸਿੰਘ ਜੀ ਜਵਾਬ ਬੜਾ ਸੋਹਣਾ ਲਿਖਦੇ। ਸ੍ਰੀ ਸਤਿਗੁਰ ਨੇ ਹਮੇ ਫੁਰਮਾਇਆ, ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬੰਦੂਕ ਦਿੱਤੀ ਹੈ। ਦੁਸ਼ਟ ਮਾਰਨ ਰਾਮ ਜੰਗੋ ਫੜਾਇਆ। ਦੁਸ਼ਟਾਂ ਨੂੰ ਸੋਧਣ ਵਾਸਤੇ ਰਾਮ ਜੰਗਾ ਤੁਪਕ ਤਬਰਿਆ ਤੀਰ। ਔਰ ਸਾਧ ਸੰਗਤ ਜੀ, 10ਵੇਂ ਪਾਤਸ਼ਾਹ ਦੀ ਬਾਣੀ 'ਚ ਸ਼ਸਤਰ ਨਾਮ ਵਾਲਾ ਬਾਣੀ ਹੈ। ਉਹਦੇ 'ਚ ਸ਼ਸਤਰਾਂ ਦੇ ਹਜ਼ਾਰਾਂ ਨਾਮ ਲਿਖੇ ਆ ਤੇ ਉਹ 'ਚ ਬੰਦੂਕ ਦੇ ਨਾਮ ਸਭ ਤੋਂ ਜ਼ਿਆਦਾ ਲਿਖੇ। ਤੇ ਬੰਦੂਕ ਨੂੰ ਮਹਾਰਾਜ ਨੇ ਨਮਸਕਾਰ ਨਹੀਂ ਕਿਹਾ ਹੈ। ਕਹਿੰਦੇ ਇਹਨੂੰ ਆਪ ਵੀ ਨਮਸਕਾਰ ਕਰੀ ਦੀ ਚਲਾਉਣ ਲੱਗਿਆ, ਤੇ ਜਿਹਦੀ ਛਾਤੀ 'ਚ ਗੋਲੀ ਵੱਜਦੀ ਹੈ ਉਹ ਵੀ ਨਮਸਕਾਰ ਕਰਦਾ। ਕਿਉਂ? ਉਹਦੇ ਛਾਤੀ 'ਚ ਵੱਜੇਗਾ ਨਾ, ਡਿੱਗੇਗਾ, ਮੱਥਾ ਟੇਕ ਕੇ ਜਾਏਗਾ ਨਾ। ਇਹਨੂੰ ਨਮਸਕਾਰ ਨਹੀਂ, ਇਸ ਕਰਾ ਹੀ ਲੈਂਦੀ ਹੈ। ਬੰਦੂਕ ਜਿਹੜੀ ਹੱਥ 'ਚ ਫੜੀ ਹੋਵੇ ਨਾ, ਉਂਝ ਵੀ ਅਗਲਾ ਦੇਖ ਕੇ
ਹਾਂ ਨਮਸਕਾਰ ਹੀ ਕਰਦਾ ਵੀ ਭਾਈ ਪਰੇ ਹੋ ਜਾ, ਸਾਨੂੰ ਮਿਹਰਬਾਨੀ ਕਰੀ। ਤੇ ਇਹ ਨਮਸਕਾਰ ਨਹੀਂ ਹੈ, ਤੇ ਨਮਸਕਾਰ ਨਹੀਂ ਚਲਾਵਾਂਗੇ ਅਸੀਂ ਤਾਂ। ਇਤ ਉਤ ਤੇ ਜਾਓ ਕਰੇ ਕਰਾਰ। ਏਦਾਂ ਜਦੋਂ ਸਿੰਘਾਂ ਨੇ ਆਖਿਆ ਵੀ ਅਸੀਂ ਬੰਦੂਕ ਨਾਲ ਲੜਾਂਗੇ, ਉਹ ਕਹਿੰਦੇ ਨਹੀਂ ਅਸੀਂ ਤਲਵਾਰ ਨਾਲ ਲੜਾਂਗੇ। ਇੱਕ ਦੂਜੇ ਨੂੰ ਇਹ ਗੱਲਬਾਤ ਚੱਲਦੀ ਰਹੀ। ਕੋਈ ਨਾ ਮਾਨੈ ਦੁਬਦਾ ਧਾਰ। ਉਹ ਤਲਵਾਰ ਨਾਲ ਲੜਨਾ ਚਾਹੁੰਦੇ ਆ, ਸਿੱਖ ਬੰਦੂਕ ਨਾਲ ਲੜਨਾ ਚਾਹੁੰਦੇ ਆ। ਆਪਣੀ ਆਪਣੀ ਜਿੱਦ ਤੇ ਅੜੇ ਨੇ ਦੋਵੇਂ ਹੀ। ਦੋਹਰਾ ਗਿਲਜੇ ਜੋਰ ਸੰਜੋਏ ਕੇ ਉਹ ਲੈ ਲੜੈ ਵਿਚਾਰ। ਕਿਉਂਕਿ ਗਿਲਜਿਆਂ ਨੂੰ ਇਹ ਪਤਾ ਹੈ ਕਿ ਸਿੱਖਾਂ ਦੀ ਬੰਦੂਕ ਬੜੀ ਡਾਢੀ ਹੈ, ਨਿਸ਼ਾਨਾ ਬੜਾ ਪੱਕਾ ਲਾਉਂਦੇ ਆ, ਇਹਨਾਂ ਦਾ ਨਿਸ਼ਾਨਾ ਚੁੱਕਦਾ ਨਹੀਂ। ਤੇ ਸਿੱਖਾਂ ਨੂੰ ਪਤਾ ਵੀ ਇਹ ਉਹ ਤਲਵਾਰ ਦੇ ਨਾਲ ਲੜਿਆ, ਇਹ ਸਾਡੇ ਤੋਂ ਭਾਰੇ ਨੇ, ਤਗੜੇ ਨੇ। ਇਹਨਾਂ ਦੇ ਸਰੀਰ ਦੇ ਉੱਤੇ ਸਾਰੀ ਸੰਜੋਹ ਪਾਈ ਹੈ, ਸਿਰ ਤੇ ਲੋਹੇ ਦਾ ਟੋਪ ਪਾਇਆ, ਇੱਥੇ ਜਾਲੀ ਲੋਹੇ ਦੀ ਪਾਈ ਹੈ, ਛਾਤੀ ਦੇ ਉੱਤੇ ਸੰਜੋਹ ਪਾਈ ਹੈ, ਮੋਢਿਆਂ ਦੇ ਸੰਜੋਹ ਹੈ, ਵੀਣੀਆਂ ਤੇ ਸੰਜੋਹ ਹੈ, ਪੱਟਾਂ ਦੇ ਹੈ, ਹੱਥ ਪੈਰਾਂ ਦੇ ਥੱਲੇ ਤੱਕ, ਗਿੱਟਿਆਂ ਤੱਕ, ਤੇ ਉਹ ਲੋਹੇ ਨਾਲ ਮੜੇ ਪੇ ਮਾਰਾਂਗੇ ਕਿੱਥੋਂ? ਸਾਡੇ ਸਿੰਘਾਂ ਕੋਲ ਕੀ ਹੁੰਦਾ ਸੀ? ਇੱਕ ਕਸ਼ਹਿਰਾ ਤੇ ਇੱਕ ਦਸਤਾਰ, ਨੰਗਾ ਪਿੰਡਾ ਹੁੰਦਾ ਸੀ, ਤੇ ਉਹਨਾਂ ਕੋਲ ਸਾਰਾ ਕੁਝ ਸੀਗਾ ਵੀ ਉਹਨਾਂ ਨਾਲ ਅਸੀਂ ਤਲਵਾਰ ਨਾਲ ਪੂਰੇ ਨਹੀਂ ਆਉਣਾ। ਇਸ ਕਰਕੇ ਦੋਵਾਂ ਪਾਸਿਆਂ ਤੋਂ ਨਾ ਦੁਬਦਾ ਚੱਲ ਰਹੀ ਸੀ ਇਸ ਗੱਲ ਉੱਤੇ। ਡਰੈ ਰਾਮ ਜੰਗੇ ਖਾਲਸੇ ਜੁੱਤ ਸੰਜੋਏ ਨਾ ਦੇਵੈ ਮਾਰ। ਕਿਉਂਕਿ ਉਹ ਇਹ ਡਰਦੇ ਸੀ ਵੀ ਜੇ ਸਿੰਘਾਂ ਨੇ ਗੋਲੀ ਚਲਾਈ, ਇਹਨਾਂ ਨੇ ਸੰਜੋਹ ਵਿੱਚੋਂ ਵੀ ਪਾਰ ਲੰਘਾ ਦੇਣੀ ਹੈ। ਇਹਨਾਂ ਦਾ ਨਿਸ਼ਾਨਾ ਬੜਾ ਬਹੁਤੀ ਨਹੀਂ, ਆ ਜਿਹੜੀ ਗਰਦਨ ਵਾਲੀ ਜਾਂ ਮੂੰਹ ਵਾਲੀ ਥਾਂ ਹੈ ਨਾ, ਇਹ ਸੰਜੋਹ ਤੋਂ ਖਾਲੀ ਹੁੰਦੀ ਹੈ, ਤੇ ਇੱਥੇ ਹੀ ਨਿਸ਼ਾਨਾ ਲਾ ਦੇਣਾ, ਮੱਥੇ 'ਚ ਮਾਰ ਦੇਣੀ ਗੋਲੀ, ਮੂੰਹ 'ਚ ਮਾਰ ਦੇਣੀ, ਆਪੇ ਅਗਲਾ ਪਾਰ ਜਾਂਦਾ। ਗਰਦਨ 'ਚ ਲੱਗ ਜੇ ਤਾਂ ਨਹੀਂ ਬਚਦਾ ਸਾਹ ਰਾਗ ਵਿੱਚ। ਇਸ ਤਰ੍ਹਾਂ ਉਹ ਡਰਦੇ ਸੀਗੇ। ਰਾਤ ਹੋਤ ਇੱਕ ਆਖੜੂ ਹਲਕਾਰੋ ਦਿਓ ਕਲਾਏ। ਇੱਕ ਵਾਰੀ ਦੋ ਵਾਰੀ ਆਲੇ ਦੁਆਲੇ ਦੋਵੇਂ ਪਾਸੇ ਚਿੱਠੀ ਪੱਤਰ ਹੁੰਦਾ ਰਿਹਾ। ਉਹ ਨਦੀ ਦੇ ਪਰਲੇ ਪਾਸੇ ਬੈਠੇ ਭਬਕਾ ਮਾਰੀ ਗਏ, ਇਧਰ ਸਿੰਘ ਜਕਾਰੇ ਗਜਾਈ ਗਏ, ਪਰ ਫੈਸਲਾ ਨਾ ਹੋਇਆ। ਅਗਲਾ ਦਿਨ ਆ ਗਿਆ। ਅਗਲੇ ਦਿਨ ਸਵੇਰੇ ਹੀ ਸਿੰਘਾਂ ਦੇ ਦੀਵਾਨ ਵਿੱਚ ਦੁਰਾਨੀਆਂ ਦਾ, ਗਿਲਜਿਆਂ ਦਾ ਇੱਕ ਹਲਕਾਰਾ ਚਿੱਠੀ ਲੈ ਕੇ ਆ ਖਲੋਤਾ। ਜੇ ਤੁਮ ਮੈਂ ਕੋ ਮਰਦ ਹੈ ਤਉ ਲੜੋ ਅਕੇਲੋ ਆਏ। ਹਲਕਾਰੇ ਨੇ ਚਿੱਠੀ ਲਿਆ ਕੇ ਦਿੱਤੀ ਸਿੰਘਾਂ ਨੂੰ, ਖਾਲਸਾ ਜੀ ਵੀ ਏਦਾਂ ਨਹੀਂ ਗੱਲ ਬਣਨੀ, ਜੇ ਤੁਹਾਡੇ 'ਚ ਕੋਈ ਮਰਦ ਹੈ ਨਾ ਮਰਦ, ਤੇ ਫੇਰ ਆ ਜਾਓ, ਏਦਾਂ ਟਾਲੇ ਟੋਲੇ ਨਾ ਕਰੋ, ਅਸੀਂ ਲੜਨ ਆਏ ਆ ਤੁਹਾਡੇ ਨਾਲ। ਜੇ ਤੁਮ ਮੈਂ ਕੋਈ ਮਰਦ ਹੈ, ਜੇ ਸਿੰਘਾਂ 'ਚ ਕੋਈ ਸਿੱਖਾਂ 'ਚ ਹੈ ਮਰਦਊ ਪੁਣਾ, ਤੇ ਫਿਰ ਆ ਕੇ ਕੱਲਾ ਬੰਦਾ ਸਾਡੇ ਕੱਲੇ ਨਾਲ ਲੜ ਲਓ। ਚਾਓ ਪਈ ਛੁਰੀ ਕਟਾਰੀ ਤੇਗਣ ਸਾਥ। ਲੜਨਾ ਤਲਵਾਰ ਨਾਲ ਹੀ ਪੈਣਾ, ਛੁਰੀ ਕਟਾਰਾਂ ਨਾਲ ਲੜਨਾ ਪੈਣਾ। ਆਨ ਕਰੈ ਹਮ ਸੋ ਦੋ ਹਾਥ। ਤੁਹਾਡਾ ਕੋਈ ਵੀ ਹੋਵੇ ਜਰਨੈਲ, ਜੇ ਚੰਗੇ ਤੋਂ ਚੰਗਾ ਸਿਪਾਹੀ ਭੇਜ ਦਿਓ, ਸਾਡੇ ਨਾਲ ਦੋ ਦੋ ਹੱਥ ਕਰ ਲਵੇ। ਨਹੀਂ ਲੜੋ ਤਉ ਗੀਦੀ ਅਖਵਾਵੋ। ਤੇ ਜੇ ਨਹੀਂ ਲੜਦੇ ਤੇ ਆਪਣੇ ਆਪ ਨੂੰ ਸਿੰਘ ਕੁਹਾਣਾ ਛੱਡ ਦਿਓ, ਤੇ ਗਿੱਦੜ ਤੇ ਗੀਦੀ ਕੁਹਾਓ। ਨਾਮ ਸਿੰਘ ਤੁਮ ਕੂੜ ਸਦਾਵੋ। ਫਿਰ ਅਸੀਂ ਸਮਝਾਂਗੇ ਵੀ ਐਵੇਂ ਝੂਠਾ ਹੀ ਆਪਣਾ ਨਾਮ ਸਿੰਘ ਰਖਾਇਆ ਹੋਇਆ। ਸਿੰਘ ਸੁੰਘ ਤੁਸੀਂ ਕੋਈ ਨਹੀਂ, ਤੁਸੀਂ ਤਾਂ ਗਿੱਦੜ ਹੋ। ਲੈ ਲੈ ਨਾਮ ਸਿੰਘ ਧਦਕਾਰ ਹੈ। ਫਿਰ ਤੇ ਤੁਹਾਡੇ ਸਿੰਘ ਨਾਮ ਨੂੰ ਵੀ ਲਾਹਨਤ ਹੈ, ਧਿਦਕਾਰ ਹੈ। ਹਾਂਜੀ, ਕਹੈ ਲਿਖੋ ਤੁਮ ਹਮ ਸੰਗ ਹਾਰੈ। ਜਾਂ ਲਿਖ ਕੇ ਦੇ ਦਿਓ ਵੀ ਅਸੀਂ ਹਾਰ ਗਏ। ਤੁਸੀਂ ਇਹ ਮੰਨ ਲਓ ਵੀ ਅਸੀਂ ਹਾਰ ਗਏ, ਹਾਰ ਮੰਨ ਲਓ, ਅਸੀਂ ਵਾਪਸ ਪਰਤ ਜਾਂਦੇ ਹਾਂ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜੇ ਤੁਸੀਂ ਸਿੰਘ ਕਹਾਉਂਦੇ ਹੋ ਤੇ ਫਿਰ ਇੱਕ ਬੰਦਾ ਤੇ ਆਪਣਾ ਕੱਢੋ ਸਾਡੇ ਸਾਹਮਣੇ। ਗੁਰੂਵਨ ਕੀ ਸੋ ਸੁਗੰਧੈ ਦਏ। ਤੁਹਾਨੂੰ ਆਪਣੇ ਗੁਰੂ ਦੀ ਸਹੁੰ ਹੈ। ਜੇ ਤੁਸੀਂ ਕਾਇਰ ਬੁਝਦਿਲ ਨਹੀਂ, ਸਿੰਘ ਸ਼ੇਰ ਹੋ, ਤਾਂ ਮੈਦਾਨ 'ਚ ਆ ਜਾਓ। ਹਮ ਸੋ ਹਾਥ ਜਵਾਨ ਨਾ ਕਏ। ਔਰ ਸਾਡੇ ਨਾਲ ਜੇ ਤੁਸੀਂ ਹੱਥ ਨਹੀਂ ਕਰਦੇ, ਤੁਹਾਡਾ ਕੋਈ ਜਵਾਨ ਨਹੀਂ ਨਿੱਤਰਦਾ, ਫਿਰ ਸਮਝਾਂਗੇ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ ਹੋ। ਹਾਂਜੀ, ਜੋ ਲੜ ਮਰਨ ਕੋ ਮੋਹਰੇ ਜਾਵੇ। ਜੇ ਕੋਈ ਤੁਹਾਡੇ ਚੋਂ ਲੜ ਕੇ ਮਰਨ ਨੂੰ ਅੱਗੇ ਆਵੇ, ਮਾਤ ਪਿਤਾ ਤਿਸ ਧਨ ਕਹਾਵੇ। ਉਹਨੂੰ ਉਹਦੇ ਮਾਤਾ ਪਿਤਾ ਨੂੰ ਧਨ ਕਵਾਂਗੇ। ਇਹ ਕਿਹਾ ਜਾਂਦਾ ਵੀ ਜਿਹਦਾ ਪੁੱਤਰ ਜੰਗ ਦੇ ਮੈਦਾਨ 'ਚ ਸਾਹਮਣੇ ਮੱਥੇ ਜੂਝਦਾ, ਉਹਦੇ ਮਾਤਾ ਪਿਤਾ ਧਨ ਹੁੰਦੇ ਆ। ਤੇ ਜਿਹੜਾ ਕੋਈ ਕਾਇਰ ਬਣ ਜਾਵੇ, ਉਹਨੂੰ ਧਿਕ ਵੀ ਲੱਗਦੀ, ਲਾਹਨਤ ਵੀ ਪੈਂਦੀ ਹੈ। ਜੋ ਕੋ ਲੜਨੋ ਲੋਕ ਛਪ ਰਹੈ। ਜੇ ਕੋਈ ਲੁਕ ਛਪ ਜਾਵੇ ਲੜਾਈ ਤੋਂ, ਮਾਤ ਪਿਤਾ ਤਿਸ ਲੱਜਤ ਰਹੈ। ਉਹਦੇ ਮਾਤਾ ਪਿਤਾ ਵੀ ਸ਼ਰਮਿੰਦੇ ਹੁੰਦੇ ਆ। ਧਰਮ ਜੁੱਧ ਜਿਮ ਅੱਗੇ ਕਮਾਵਤ। ਅੱਗੇ ਜਿਵੇਂ ਸਿੱਖ ਕਹਿੰਦੇ ਬੜੇ ਬੜੇ ਬਹਾਦਰੀ ਦੇ ਕਾਰਨਾਮੇ ਕਰਦੇ ਰਹੇ, ਹੁਣ ਕੀ ਹੋ ਗਿਆ ਤੁਹਾਨੂੰ ਸਿੱਖਾਂ ਨੂੰ? ਉਹੇ ਤੌਰ ਤੁਮ ਕਿਉਂ ਨਹਿ ਆਵਤ। ਹੁਣ ਸਾਡੀ ਵੀ ਤਾਂ ਰੀਝ ਪੂਰੀ ਕਰ ਦਿਓ। ਅਸੀਂ ਸੁਣਿਆ ਵੀ ਤੁਸੀਂ ਬੜੇ ਬੜੇ ਜੰਗ ਪਹਿਲਾਂ ਲੜਦੇ ਰਹੇ ਹੋ। ਅਸੀਂ ਦੇਖਣ ਆਏ ਅਫਗਾਨਿਸਤਾਨ ਤੋਂ ਵੀ ਸਿੱਖਾਂ ਦੀ ਬਹਾਦਰੀ ਦੇਖੀਏ, ਪਰ ਇੱਥੇ ਆ ਕੇ ਪਤਾ ਲੱਗਾ ਸਿੱਖ ਤਾਂ ਸਾਰੇ ਹੀਜੜੇ ਹੀ ਹਨ, ਸਿੱਖ ਤਾਂ ਸਾਰੇ ਨਪੁੰਸਕ ਹੀ ਹਨ, ਮਰਦ ਕੋਈ ਵੀ ਨਹੀਂ ਹੈ।
ਇਦਾਂ ਦੀ ਗੱਲਾਂ ਜਦੋਂ ਸਿੰਘਾਂ ਨੂੰ ਕਹੀਆਂ ਉਹਨਾਂ ਦੁਰਾਨੀਆਂ ਨੇ, ਧ੍ਰਿਗ ਪੰਥ ਔ ਧ੍ਰਿਗ ਸਿੰਘ ਨਾਮ। ਇੱਥੋਂ ਤੱਕ ਕਹਿਦਾ ਵੀ ਤੁਹਾਡਾ ਪੰਥ ਵੀ ਧ੍ਰਿਗ ਹੈ, ਖਾਲਸੇ ਪੰਥ ਨੂੰ ਵੀ ਲਾਹਨਤ ਹੈ ਤੇ ਸਿੰਘ ਨਾਮ ਨੂੰ ਵੀ। ਇਹਨਾਂ ਬਚਨ ਉਹਨਾਂ ਨੇ ਜਦੋਂ ਕੌੜਾ ਕਿਹਾ, ਆਖ ਫਿਰਿਓ ਨਿਜ ਫੌਜ ਤਮਾਮ। ਉਹ ਹਲਕਾਰਾ ਇਹ ਚਿੱਠੀ ਦੇ ਕੇ ਇਹ ਗੱਲ ਕਹਿ ਕੇ ਵਾਪਸ ਚਲਾ ਗਿਆ। ਦੋਹਰਾ ਕੋ ਸਿੰਘ ਨਿਕਸਿਓ ਨਹੀਂ ਤਉ ਚੜਤ ਸਿੰਘ ਭਇਓ ਰੋਸ। ਸਿੰਘ ਸੋਚਾਂ 'ਚ ਪੈ ਗਏ ਵੀ ਹੁਣ ਕੀ ਕਰੀਏ, ਕਿਉਂਕਿ ਸਿੰਘ ਬੜੇ ਸਿਆਣੇ ਸਨ, ਅੱਜ ਕੱਲ ਵਰਗੇ ਕਾਲੇ ਵੀ ਨਹੀਂ ਸਨ। ਵਿਚਾਰ ਕਰਦੇ ਸੀ ਹਰ ਗੱਲ ਦੇ ਉੱਤੇ ਵੀ ਕਿੱਦਾਂ ਇਹਨਾਂ ਦਾ ਜਵਾਬ ਦਈਏ। ਸਿੰਘ ਅਜੇ ਵਿਚਾਰ ਸੋਚ ਰਹੇ ਸਨ ਤੇ ਨੌਜਵਾਨ ਚੜਤ ਸਿੰਘ ਉੱਠਿਆ। ਚੜਤ ਸਿੰਘ ਕੌਣ ਸੀ? ਤੁਹਾਡੇ ਚੋਂ ਬਹੁਤਿਆਂ ਨੂੰ ਪਤਾ ਹੋਵੇਗਾ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ। ਮਹਾਰਾਜੇ ਰਣਜੀਤ ਸਿੰਘ ਦੇ ਦਾਦੇ ਦਾ ਨਾਮ ਸੀ ਚੜਤ ਸਿੰਘ, ਤੇ ਜਦੋਂ ਦੀ ਇਹ ਗੱਲ ਹੈ ਉਦੋਂ ਉਹਦੀ ਉਮਰ 16 ਸਾਲ ਦੀ ਸੀ। ਚੜਤ ਸਿੰਘ ਦਾ ਪੁੱਤਰ ਹੋਇਆ ਸਰਦਾਰ ਮਾਨ ਸਿੰਘ, ਤੇ ਮਾਨ ਸਿੰਘ ਦਾ ਪੁੱਤਰ ਹੋਇਆ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ। ਇਹ ਗੱਲ ਮਹਾਰਾਜੇ ਰਣਜੀਤ ਸਿੰਘ ਦੇ ਜਨਮ ਤੋਂ ਲਗਭਗ 35 ਸਾਲ ਪੁਰਾਣੀ ਹੈ, ਪਹਿਲੀ ਹੈ। ਅਜੇ ਰਣਜੀਤ ਸਿੰਘ ਨੇ ਜਨਮ 35 ਸਾਲ ਬਾਅਦ ਲਿਆ। ਪਹਿਲਾਂ ਉਹਦਾ ਪੁੱਤਰ ਹੋਇਆ ਚੜਤ ਸਿੰਘ ਦਾ ਮਾਨ ਸਿੰਘ, ਫਿਰ ਅੱਗੇ ਰਣਜੀਤ ਸਿੰਘ ਹੋਇਆ। ਇਹ ਸਾਧ ਸੰਗਤ ਜੀ ਗੱਲ ਲਗਭਗ 1750-51 ਦੇ ਨੇੜੇ ਤੇੜੇ ਦੀ ਹੈ, ਜਦੋਂ ਦਾ ਇਹ ਬਚਨ ਚੱਲ ਰਿਹਾ। ਗਿਲਜੇ ਆਏ ਸੀ ਉਦੋਂ ਚੜ੍ਹ ਕੇ। ਸੋ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਜਿਹੜਾ ਹੈ ਉਦੋਂ ਦਲ ਵਿੱਚ ਸੀਗਾ, ਪਰ ਉਹ ਚੁੱਪ ਕਰਕੇ ਬੈਠਾ ਸੀ। ਪਰ ਚੜਤ ਸਿੰਘ ਨੂੰ ਗੁੱਸਾ ਚੜਿਆ। ਉਹਦੀ ਉਮਰ ਉਦੋਂ 16 ਸਾਲ ਦੀ ਸੀ। ਚੜਤ ਸਿੰਘ ਨੂੰ ਜਦੋਂ ਗੁੱਸਾ ਚੜਿਆ ਉਹ ਖਲੋ ਗਿਆ ਉੱਠ ਕੇ। ਤਾਜ ਬੰਦੂਕ ਆਗੇ ਤੁਰਿਓ ਗਹਿ ਖੰਡੋ ਹੱਥ ਮੋਸ। ਉਹਨੇ ਆਪਣੀ ਬੰਦੂਕ ਵੀ ਇੱਕ ਸਿੰਘ ਨੂੰ ਫੜਾਤੀ। ਕਹਿੰਦੇ ਆ ਲਓ ਬੰਦੂਕ, ਉਹ ਜੋ ਪਠਾਨ ਮੰਗਦੇ ਅਸੀਂ ਉਹਦੀ ਇੱਛਾ ਪੂਰੀ ਕਰਨ ਚੱਲੇ। 16 ਕੁ ਸਾਲ ਦਾ ਇਹ ਨੌਜਵਾਨ ਭੁਜੰਗੀ, ਅਜੇ ਦਾੜੀ ਵੀ ਕੋਈ ਨਹੀਂ ਸੀ ਆਈ ਮੂੰਹ ਤੇ, ਆਪਣਾ ਘੋੜਾ ਖੋਲਣ ਲੱਗਾ। ਚਾਉ ਪਈ ਤਬ ਸੁੱਖਾ ਸਿੰਘ ਬਾਤ ਵਿਚਾਰੀ। ਜਦੋਂ ਇਹ ਨੌਜਵਾਨ ਜਿਹਦੇ ਅਜੇ ਮੂੰਹ ਤੇ ਦਾੜੀ ਵੀ ਕੋਈ ਨਹੀਂ ਸੀ, ਕੂਲਾ ਜਿਹਾ ਬੱਚਾ ਘੋੜਾ ਲੈ ਕੇ ਤੁਰਨ ਲੱਗਾ, ਤੇ ਸੁੱਖਾ ਸਿੰਘ ਨੇ ਸੋਚਿਆ ਯਹ ਬਾਲਕ ਕਬ ਮਾਰੈ ਕੰਧਾਰੀ। ਇਹ ਬਾਲਕ ਵਿਚਾਰਾ ਬੱਚਾ ਇਹ ਕਦੋਂ ਉਹਨਾਂ ਪਠਾਨਾਂ ਨੂੰ ਮਾਰ ਸਕਦਾ। ਉਹ ਐਡੇ ਐਡੇ ਗਿਲਜੇ, ਐਡੇ ਐਡੇ ਪਠਾਨ ਹਨ, ਦੁੰਬੇ ਖਾਣ ਵਾਲੇ। ਉਸ ਕੀ ਦੇਹ ਲੋਹ ਸੈ ਮੜੀ। ਉਹਨਾਂ ਦੀ ਸਾਰੀ ਦੇਹ ਹੀ ਲੋਹੇ ਨਾਲ ਮੜੀ ਹੈ। ਸਿਰ ਤੇ ਲੋਹਾ, ਛਾਤੀ ਤੇ ਲੋਹਾ, ਸਾਰੇ ਸਰੀਰ ਤੇ ਲੋਹਾ ਹੀ ਲੋਹਾ ਮੜਿਆ ਹੋਇਆ ਉਹਨਾਂ ਨੇ। ਉਸ ਕੀ ਸਕੈ ਨਾ ਇਹ ਕੱਟ ਕੜੀ। ਉਹਨਾਂ ਦੀ ਸੰਜੋਹ ਦੀ ਤਾਂ ਇੱਕ ਕੜੀ ਵੀ ਨਹੀਂ ਕੱਟੀ ਜਾਣੀ। ਲੋਹੇ ਦੀਆਂ ਜਿਹੜੀਆਂ ਸੰਜੋਹਾਂ ਹੁੰਦੀਆਂ ਸਨ ਉਹਨਾਂ ਨੂੰ ਤਲਵਾਰਾਂ ਵੱਢ ਕੇ ਲੰਘ ਜਾਂਦੀਆਂ ਸੀ। ਬਲ ਹੁੰਦਾ ਸੀ ਤਾਂ ਹੀ ਮਾਰਦੇ ਸੀਗੇ। ਇਹ ਤਾਂ ਬੱਚਾ ਹੈ, ਇਹ ਬੱਚੇ ਦੀ ਤਲਵਾਰ ਭਲਾ ਕਿੱਥੇ ਚੱਲੇਗੀ ਉਹਨਾਂ ਦੇ ਸਾਹਮਣੇ। ਉਹ ਤਾਂ ਬੜੇ ਜਵਾਨ ਹਨ। ਉਹ ਖਾ ਜਾਵੇ ਦੁੰਬਾ ਸਾਰਾ। ਉਹ ਐਡੇ ਜਵਾਨ ਨੇ ਵੀ ਦੁੰਬਾ ਸਾਰਾ ਖਾ ਜਾਂਦੇ, ਯਾਨੀ 15 ਸ਼ੇਰ ਦਾ ਬੱਕਰਾ ਕੱਲੇ ਖਾ ਜਾਂਦੇ ਆ। ਹਮ ਸਿੰਘਣ ਸਾਗ ਪਾਤ ਗੁਜ਼ਾਰਾ। ਸਾਡਾ ਤੇ ਖਾਲਸੇ ਦਾ ਸਾਗ ਪਾਤ ਨਾਲ ਗੁਜ਼ਾਰਾ ਹੈ। ਸਾਡੇ ਕੋਲ ਇੰਨੀ ਚੰਗੀ ਖੁਰਾਕ ਨਹੀਂ, ਇੰਨੀ ਸਾਡੇ ਸਰੀਰ 'ਚ ਸ਼ਕਤੀ ਨਹੀਂ ਵੀ ਅਸੀਂ ਉਹਨਾਂ ਦਾ ਤਾਂ ਝੱਲ ਸਕੀਏ। ਛੇੜ ਘੋੜਾ ਉਨ ਚੜ ਸਿੰਘ ਗਹਿਓ। ਜਦੋਂ ਚੜਤ ਸਿੰਘ ਘੋੜੇ ਤੇ ਚੜਨ ਲੱਗਾ ਨਾ, ਸੁੱਖਾ ਸਿੰਘ ਨੇ ਆ ਕੇ ਬਾਗ ਫੜ ਲਈ, ਘੋੜਾ ਰੋਕ ਲਿਆ। ਭੁਜੰਗੀਆ ਕੀ ਕਰਦਾ, ਕਿੱਥੇ ਚੱਲਿਆ ਤੂੰ? ਹਾਂਜੀ। ਯਹ ਗਿਲ ਜੋ ਤੈਂ ਕਬ ਮਾਰ ਲਿਓ। ਉਹ ਭੁਜੰਗੀਆ ਬੱਚਾ ਬੇਟਾ, ਉਹ ਕਿੱਡੇ ਵੱਡੇ ਜਵਾਨ ਨੇ, ਉਹ ਤੇਰੇ ਤੋਂ ਕਿੱਥੇ ਮਾਰੇ ਜਾਣਗੇ? ਤੂੰ ਉਹਨਾਂ ਨੂੰ ਕਿਵੇਂ ਮਾਰ ਲਏਗਾ? ਕੋਈ ਸੌਖਾ ਕੰਮ ਹੈ ਉਹਨਾਂ ਨੂੰ ਮਾਰ ਲੈਣਾ? ਬੜਾ ਮੁਸ਼ਕਲ ਹੈ। ਤੁਮ ਤੇ ਚੌਗਣ ਤਾਹੇ ਸਰੀਰ। ਉਹ ਬੇਟਾ ਉਹਨਾਂ ਦਾ ਸਰੀਰ ਤੇਰੇ ਨਾਲ ਚੌਗਣਾ ਹੈ, ਤੇਰੇ ਨਾਲੋਂ 4 ਗੁਣਾ ਉਹਨਾਂ ਦੇ ਸਰੀਰ 'ਚ ਤਾਕਤ ਹੈ। ਤੂੰ ਤੇ ਉਹਨਾਂ ਦੇ ਸਾਹਮਣੇ ਇੱਕ ਬਚੂੰਗੜਾ ਜਿਹਾ ਹੈ, ਬੱਚਾ ਜਿਹਾ। ਤੈਨੂੰ ਤੇ ਇੱਕ ਹੱਥ ਨਾਲ ਫੜ ਕੇ ਬਿਠਾ ਛੱਡਣਗੇ। ਉਹ ਐਡੇ ਜਵਾਨ ਹਨ। ਉਹ ਕਬ ਤੁਧ ਤੇਗ ਸਕੈ ਉਸ ਚੀਰ। ਤੇਰੀ ਤਲਵਾਰ ਉਹਨਾਂ ਦੇ ਸਰੀਰ ਨੂੰ ਕਿੱਥੇ ਚੀਰ ਸਕੇਗੀ? ਉਹਨਾਂ ਦੇ ਤਾਂ ਲੋਹੇ ਦੇ ਉੱਤੇ ਜਿਹੜੀਆਂ ਕੜੀਆਂ ਨੇ ਉਹ ਨਹੀਂ ਵੱਢੀਆਂ ਜਾਣੀਆਂ ਤੇਰੇ ਕੋਲੋਂ। ਮਨ 5-7 ਉਨ ਨੇ ਲੋਹ ਚਾਇਓ। ਪੁੱਤਰ ਬੇਟਾ ਉਹਨਾਂ ਨੇ ਤਾਂ 5 ਮਣ ਦਾ ਪਿੰਡੇ ਦੇ ਲੋਹਾ ਹੀ ਚੁੱਕਿਆ ਹੋਇਆ। 5-7 ਮਣ ਉਹਨੂੰ ਲੋਹਾ ਚਾਇਓ। 5-7 ਮਣ ਲੋਹਾ ਚੁੱਕੀ ਫਿਰਦਾ ਜਿਹੜਾ ਬੰਦਾ, ਉਹ ਕਿੱਡਾ ਕੁ ਜਵਾਨ ਹੋਏਗਾ। ਉਹਦੇ ਘੋੜੇ ਤੇ ਵੀ ਲੋਹੇ ਦੀ ਪਾਖਰ ਹੈ, ਸਿਰ ਤੇ ਲੋਹੇ ਦਾ ਟੋਪ ਹੈ, ਪਿੰਡੇ ਤੇ ਸੰਜੋਹ ਹੈ ਸਾਰੇ ਤੇ ਸ਼ਸਤਰ ਵੀ ਉਹਨੇ ਕਿੰਨੇ ਹੀ ਚੁੱਕੇ ਹੋਏ, ਬੰਦੂਕ, ਤਲਵਾਰ, ਬਰਛਾ, ਸਾਰਾ ਕੁਝ ਨਾਲ ਹੈ।
ਐਡੇ ਕਰੜੇ ਸਰੀਰ ਵਾਲੇ ਨੂੰ ਪੁੱਤਰ ਤੂੰ ਕਿਵੇਂ ਮਾਰੇਗਾ? ਸਹਿਤ ਘੋੜੋ ਉਸ ਫੁਲਾਦ ਮੜਾਇਓ। ਚੜ੍ਹਤ ਸਿੰਘ ਉਹਦਾ ਸਰੀਰ ਬਹੁਤ ਲੋਹੇ ਨਾਲ ਮੜਿਆ, ਘੋੜਾ ਵੀ ਲੋਹੇ ਨਾਲ ਮੜਿਆ, ਫੁਲਾਦ ਨਾਲ ਕਿੱਥੇ ਮਾਰੇਗਾ ਤੂੰ? ਬੋਝ ਚੱਕੈ ਉਹ ਮਨ 20-30। ਉਹ ਤੇ 20-20 ਮਣ ਭਾਰ ਚੁੱਕ ਲੈਂਦੇ, ਇੰਨੇ ਜਵਾਨ ਨੇ, ਉਹਨਾਂ ਦੇ ਡੋਲਿਆਂ 'ਚ ਇੰਨੀ ਤਾਕਤ ਹੈ ਵੀ 20-20 ਮਣ ਨੂੰ ਤੇ ਉਹ ਕੁਝ ਸਮਝਦੇ ਹੀ ਨਹੀਂ। ਜਿਹੜੇ 25-30 ਮਣ 20 ਮਣ ਭਾਰ ਚੁੱਕ ਲੈਂਦੇ ਆ, ਉਹਨਾਂ ਨੂੰ ਕਾਕਾ ਤੂੰ ਕਿਵੇਂ ਮਾਰੇਗਾ? ਤੇਰਾ ਤੇ ਆਪਣਾ ਹੀ ਇੰਨਾ ਵਜਨ ਹੈ, ਸਾਰਾ ਮਣ 1.5 ਮਣ ਹੋਊਗਾ, ਕਿਉਂਕਿ 16 ਸਾਲ ਦੀ ਉਮਰ 'ਚ ਬੱਚੇ ਦੀ ਕਿੰਨੀ ਕੁ ਉਮਰ ਹੁੰਦੀ ਹੈ? ਚੜ੍ਹਤ ਸਿੰਘ 16 ਕੁ ਸਾਲ ਦਾ ਸੀ ਉਦੋਂ। ਹਾਂਜੀ। ਦੌੜ ਥਕੈ ਨਹਿ 100 ਕੋਹ ਲੀਸ। ਉਹ ਜਿਹੜੇ ਪਠਾਨ ਨੇ 100 ਮੀਲ ਰਾਤੀ ਦੌੜ ਲੈਂਦੇ, ਥੱਕਦੇ ਨਹੀਂ। ਜਿਨ੍ਹਾਂ ਦੀ ਦੌੜ ਹੀ 100 ਮੀਲ ਦੀ ਹੈ, ਥੱਕਦੇ ਨਹੀਂ। ਜਿਹੜੇ ਲੋਹੇ ਨਾਲ ਹੀ ਮੜੇ ਪਏ ਨੇ, ਦੁੰਬੇ ਖਾਂਦੇ ਨੇ। ਬੱਚਾ ਤੂੰ ਉਹਨਾਂ ਨੂੰ ਕਿਵੇਂ ਮਾਰੇਗਾ? ਇਸੇ ਜੋਰ ਵਹਿ ਲੜੈ ਤਲਵਾਰੀ। ਉਹ ਇਸੇ ਕਰਕੇ ਤਾਂ ਤਲਵਾਰ ਦੀ ਲੜਾਈ ਲੜਦੇ ਪਿਆ ਵੀ ਉਹਨਾਂ 'ਚ ਜ਼ੋਰ ਹੈ। ਉਹਨਾਂ ਨੂੰ ਪਤਾ ਵੀ ਗੋਲੀ ਨਾਲ ਅਸੀਂ ਨਹੀਂ ਡਾਹ ਦੇਣੀ, ਅਸੀਂ ਠਾਹ ਮਾਰ ਦੇਣਾ ਚੁੱਕ ਕੇ ਪਰੇ। ਪਰ ਉਹ ਤਲਵਾਰ ਨਾਲ ਤਾਂ ਲੜਦੇ ਆ ਵੀ ਸਿੱਖਾਂ 'ਚ ਇੰਨੀ ਤਾਕਤ ਨਹੀਂ ਤਲਵਾਰ ਦੇ ਨਾਲ ਸਾਡੇ ਨਾਲ ਲੜ ਲੈਣ। ਇਸ ਜ਼ੋਰ ਕਰਕੇ, ਆਪਣੇ ਸਰੀਰ ਦੀ ਤਾਕਤ ਕਰਕੇ ਹੀ ਉਹ ਸਾਡੇ ਨਾਲ ਤਲਵਾਰ ਨਾਲ ਲੜਨਾ ਚਾਹੁੰਦੇ ਆ। ਤੈਂ ਬਾਲਕ ਨਹਿ ਬਾਤ ਵਿਚਾਰੀ। ਤੂੰ ਅਜੇ ਬਾਲਕ ਹੈ, ਬੱਚਾ ਹੈ, ਤੈਨੂੰ ਇਹਨਾਂ ਗੱਲਾਂ ਦਾ ਅਜੇ ਪਤਾ ਨਹੀਂ ਭਜੰਗੀਆ। ਦੋਹਰਾ ਸੁਣਤ ਚੜ੍ਹਤ ਸਿੰਘ ਤਿਹ ਕਹੀ, ਅਹੈ ਸਤ ਯਹ ਬਾਤ। ਇਹ ਸੁਣ ਕੇ ਬਾਬਾ ਚੜ੍ਹਤ ਸਿੰਘ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਹੋਏ। ਚੜ੍ਹਤ ਸਿੰਘ ਦਾ ਪਿਤਾ ਨੌਧ ਸਿੰਘ ਹੋਇਆ ਤੇ ਨੌਧ ਸਿੰਘ ਦੇ ਪਿਤਾ ਬੁੱਢਾ ਸਿੰਘ ਹੋਏ। ਇਹ ਬੁੱਢਾ ਸਿੰਘ ਕਹਿੰਦੇ 10ਵੇਂ ਪਾਤਸ਼ਾਹ ਤੋਂ ਅੰਮ੍ਰਿਤ ਛਕਿਆ ਸੀ। ਇਹ ਉਹਦਾ ਪੋਤਰਾ ਬੁੱਢਾ ਸਿੰਘ ਦਾ। ਤੇ ਇਹ 4-5 ਪੀੜ੍ਹੀਆਂ ਦੇਖੋ ਜੰਗਾਂ ਵਿੱਚ ਹੀ ਲੰਘੀਆਂ। ਸ਼ੇਰੇ ਪੰਜਾਬ ਐਵੇਂ ਬਾਦਸ਼ਾਹ ਨਹੀਂ ਬਣਿਆ। ਚੜ੍ਹਤ ਸਿੰਘ ਨੂੰ ਵਰ ਹੋਇਆ ਸੀ ਪੰਥ ਖਾਲਸੇ ਦਾ ਵੀ ਤੇਰੇ ਘਰ 'ਚ ਬਾਦਸ਼ਾਹੀ ਆਵੇਗੀ, ਤੇ ਤਾਂ ਹੀ ਉਹਨਾਂ ਦੇ ਘਰ ਬਾਦਸ਼ਾਹੀ ਆਈ। ਆਖੋ ਸ੍ਰੀ ਵਾਹਿਗੁਰੂ। ਸੋ ਚੜ੍ਹਤ ਸਿੰਘ ਜੀ ਸ਼ੁਕਰ ਚੱਕੀਆ, ਉਹ ਉਦੋਂ 16 ਸਾਲ ਦਾ ਸੀ। ਤੇ ਉਹਨੂੰ ਜਦੋਂ ਬਾਬਾ ਸੁੱਖਾ ਸਿੰਘ ਨੇ ਸਮਝਾਇਆ ਨਾ ਵੀ ਪੁੱਤਰ ਤੂੰ ਅਜੇ ਭੁਚੰਗੀ ਹੈ, ਛੋਟਾ ਹੈ, ਉਹ ਬੜੇ ਡਾਢੇ ਆ। ਅੱਗੋਂ ਚੜ੍ਹਤ ਸਿੰਘ ਕਹਿੰਦਾ ਜਥੇਦਾਰ ਜੀ ਗੱਲ ਇਸ ਤਰ੍ਹਾਂ ਹੈ, ਪਰ ਸਹਿਓ ਅਸਾਂ ਤੇ ਜਾਤ ਨਹਿ, ਸਨਮੁਖ ਤੁਰਕ ਗਰ ਬਾਤ। ਇਹ ਗੱਲ ਠੀਕ ਹੈ ਜੋ ਤੁਸੀਂ ਕਹਿ ਰਹੇ ਹੋ ਬਾਬਾ ਸੁੱਖਾ ਸਿੰਘ ਜੀ, ਤੁਸੀਂ ਸਿਆਣੇ ਹੋ, ਮੈਨੂੰ ਪਤਾ। ਉਹ ਵਾਕਿਆ ਮੈਨੂੰ ਵੀ ਪਤਾ ਕਿ ਡਾਢੇ ਆ। ਉਹਨਾਂ ਦੇ ਸਰੀਰ ਬੜੇ ਤਗੜੇ ਹੈ, ਉਹਨਾਂ ਦੀ ਖੁਰਾਕ ਬੜੀ ਹੈ, ਉਹਨਾਂ ਦੀ ਵਰਜਿਸ਼ ਬੜੀ ਹੈ, ਉਹਨਾਂ ਦਾ ਸ਼ਸਤਰ ਵਿੱਦਿਆ 'ਚ ਅਭਿਆਸ ਬੜਾ ਹੈ। ਮੇਰੇ ਤੋਂ ਵਾਕਿਆ ਹੀ ਉਹ 8 ਗੁਣਾ ਤਗੜੇ ਨੇ। ਪਰ ਮੇਰੇ ਤੋਂ ਇਹ ਤਾਂ ਨਹੀਂ ਨਾ ਸਿਆ ਜਾਂਦਾ ਵੀ ਉਹ ਸਾਡੇ ਖਾਲਸੇ ਪੰਥ ਨੂੰ ਲਾਹਨਤ ਪਾ ਜਾਣ, ਉਹ ਕਹਿ ਦੇਣ ਧ੍ਰਿਗ ਖਾਲਸਾ ਪੰਥ। ਇਹ ਕਿਵੇਂ ਸੁਣ ਲਈਏ? ਅਸੀਂ ਪੰਥ ਦੇ ਉੱਤੇ ਕਿਸੇ ਨੂੰ ਕਿੰਤੂ ਨਹੀਂ ਕਰਨ ਦੇਣਾ ਚਾਹੁੰਦੇ। ਇਹ ਨਹੀਂ ਬਰਦਾਸ਼ਤ ਕਰ ਸਕਦੇ ਵੀ ਕੋਈ ਖਾਲਸੇ ਪੰਥ ਨੂੰ ਵੰਗਾਰ ਜਾਵੇ। ਹਾਂਜੀ। ਚਾਉ ਪਈ ਖੋਟੋ ਵਚਨ ਵਹਿ ਮੁਖੋ ਉਚਾਰੇ। ਬਾਬਾ ਜੀ ਤੁਹਾਡੇ ਸਾਹਮਣੇ ਸਾਰੇ ਪੰਥ ਨੂੰ ਲਲਕਾਰ ਕੇ ਗਏ ਨੇ, ਖੋਟਾ ਕਹਿ ਕੇ, ਖੋਟੇ ਵਚਨ ਕਹਿ ਕੇ ਗਏ ਨੇ। ਹਮ ਜੀਵਤ ਵਹਿ ਪੰਥ ਤਰਕਾਰੀ। ਸਾਡੇ ਜਿਉਂਦਿਆਂ ਖਾਲਸੇ ਦੇ ਪੰਥ ਨੂੰ ਕੋਈ ਲਾਹਨਤ ਪਾਵੇ, ਕੋਈ ਤਿਦਕਾਰ ਪਾਵੇ, ਫਿਰ ਸਾਡਾ ਜਿਉਣਾ ਕਾਹਦੇ ਵਾਸਤੇ ਹੈ? ਕਿ ਕੈਸਾ ਜਿਉਣਾ ਹੈ? ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਹਾਂਜੀ। ਪੰਥ ਨਿੰਦਿਆ ਹਮ ਸੁਨੇ ਕਿ ਮਕਾਨ। ਅਸੀਂ ਖਾਲਸੇ ਪੰਥ ਦੀ ਨਿੰਦਾ ਕਿਵੇਂ ਸੁਣ ਲਈਏ ਕੰਨਾਂ ਨਾਲ? ਇਮ ਕਰ ਮੈਂ ਲੜਤ ਜੋ ਪ੍ਰਾਨ। ਇਸ ਤਰ੍ਹਾਂ ਕਰਕੇ ਅਸੀਂ ਤਾਂ ਲੜਾਂਗੇ ਤੇ ਸ਼ਹੀਦੀ ਪਾਵਾਂਗੇ, ਪਰ ਘੱਟੋ ਘੱਟ ਉਹਨਾਂ ਨੂੰ ਤਾਂ ਇਹ ਤਾਂ ਪਤਾ ਲੱਗ ਜਾਏਗਾ ਕਿ ਸਿੰਘ ਡਰਨ ਵਾਲੇ ਨਹੀਂ ਹਨ। ਦੋਹਰਾ ਮਾਰਨ ਮਰਨ ਹੱਥ ਸਤਿਗੁਰੂ, ਹਮ ਹੱਥ ਉਦਮ ਆਹੇ। ਚੜ੍ਹਤ ਸਿੰਘ ਕਹਿੰਦਾ ਬਾਬਾ ਸੁੱਖਾ ਸਿੰਘ ਜੀ ਮਾਰਨਾ ਮਰਨਾ ਤੇ ਗੁਰੂ ਸਾਹਿਬ ਦੇ ਹੱਥ ਹੈ। ਪਤਾ ਨਹੀਂ ਕਿਹਦੇ ਪ੍ਰਾਣ ਬਚਣੇ ਆ, ਕਿਹਦੇ ਜਾਣੇ ਆ। ਸਾਡਾ ਕੰਮ ਤਾਂ ਲੜਨਾ ਹੈ। ਮੈਂ ਤਾਂ ਜਾ ਕੇ ਲੜਾਂਗਾ। ਜੇ ਮੈਨੂੰ ਮਾਰ ਦਿੱਤਾ ਤਾਂ ਮੈਂ ਸ਼ਹੀਦੀ ਪਾ ਗਿਆ ਸਮਝੋ, ਜੇ ਉਹਨੂੰ ਮੈਂ ਮਾਰ ਲਿਆ ਤਾਂ ਮੋਰਚਾ ਫਤਿਹ ਹੈ। ਤੁਸੀਂ ਮੈਨੂੰ ਜਾਣ ਦਿਓ। ਹਾਂਜੀ। ਦੇਖ ਸਕੈ ਨਹਿ ਦੁਸ਼ਟ ਇਮ, ਪਰੈ ਇਸੈ ਪਰ ਧਾਈ। ਚੜ੍ਹਤ ਸਿੰਘ ਕਹਿਣ ਲੱਗਾ ਮੈਂ ਦੇਖ ਨਹੀਂ ਸਕਦਾ ਵੀ ਦੁਸ਼ਟ ਖਾਲਸੇ ਪੰਥ ਦੇ ਸਾਹਮਣੇ ਵੰਗਾਰਦੇ ਰਹਿਣ ਤੇ ਖਾਲਸਾ ਸੁੱਤਾ ਰਵੇ। ਹਾਂਜੀ। ਜੈਸੇ ਤਨਕ ਸੋ ਹਰ ਭਜਨ, ਗਾਰੇ ਘਨੋ ਸੋ ਪਾਪ। ਜਿਵੇਂ ਕਹਿੰਦੇ ਭਜਨ ਪਰਮਾਤਮਾ ਦਾ ਛੋਟਾ ਜਿਹਾ ਹੁੰਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅੱਖਰ 4 ਹੀ ਨੇ ਪਰ ਕਰੋੜਾਂ ਪਾਪ ਖਤਮ ਹੋ ਜਾਂਦੇ ਜਦੋਂ ਵਾਹਿਗੁਰੂ ਕਹੀਦਾ। ਤਨਕ ਮੈਨੇ ਥੋੜਾ ਜਿਹਾ, ਹੀਰਾ ਹੁੰਦਾ ਤੇ ਛੋਟਾ ਜਿਹਾ ਪਰ ਮੁੱਲ ਬੜਾ ਹੁੰਦਾ ਉਹਦਾ। ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਦਾ ਜਿਹੜਾ ਭਜਨ ਹੈ
ਇਹ ਬੜੇ ਪਾਪਾਂ ਨੂੰ ਕੱਟ ਦਿੰਦਾ ਹੈ। ਤੈਸੇ ਮਾਰੋ ਪਠਾਨ ਯਹ ਸਤਿਗੁਰ ਕੇ ਪ੍ਰਤਾਪ। ਜਿਵੇਂ ਨਾਮ ਬੰਦਗੀ ਸਿਮਰਨ ਵਾਹਿਗੁਰੂ ਆਖਿਆ ਪਾਪਾਂ ਨੂੰ ਖਤਮ ਕਰ ਦਿੰਦਾ, ਏਦਾਂ ਮੈਂ ਛੋਟਾ ਜਿਹਾ ਹਾਂ, ਦਿਸਦਾ ਤਾਂ ਮੈਂ ਛੋਟਾ ਜਿਹਾ, 16 ਸਾਲ ਮੇਰੀ ਉਮਰ ਹੈ, ਪਰ ਜੇ ਮੈਂ ਤੇਗ ਚਲਾਵਾਂਗਾ ਨਾ, ਗੁਰੂ ਦੀ ਕਿਰਪਾ ਨਾਲ ਉਸ ਗਿਲਜੇ ਦਾ ਸਿਰ ਲਾਹ ਕੇ ਆਵਾਂਗਾ। ਹਾਂਜੀ। ਚਾਉ ਪਈ ਕਹਿਓ ਸੁਖਾ ਸਿੰਘ ਧੰਨ ਤੂੰ ਬਾਲ। ਇਹ ਸੁਣ ਕੇ ਬਾਬਾ ਸੁਖਾ ਸਿੰਘ ਜੀ ਕਹਿਣ ਲੱਗੇ, ਭਚੰਗੀਆ ਧੰਨ ਹੈ ਤੂੰ, ਧੰਨ ਤੂੰ ਬਾਲ। ਭਚੰਗੀਆ ਬੱਚਿਆ, ਬੇਟਾ ਤੂੰ ਧੰਨ ਹੈ, ਤੈਨੂੰ ਧੰਨ ਕਹੀਏ। ਹਾਂਜੀ। ਤੂੰ ਖੜੋ ਦੇਖ ਅਬ ਸਾਡੀ ਚਾਲ। ਹੁਣ ਤੂੰ ਖਲੋ ਜਾ, ਹੁਣ ਤੂੰ ਸਾਨੂੰ ਵੇਖਣ ਦੇ ਖੇਡ, ਤੂੰ ਖੜਾ ਹੋ ਕੇ ਵੇਖ ਤਮਾਸ਼ਾ, ਹੁਣ ਸਾਡੀ ਚਾਲ ਵੇਖ ਫਿਰ ਤੂੰ। ਹਾਂਜੀ। ਸੁਖਾ ਸਿੰਘ ਭੀ ਸੰਜੋਏ ਮੰਗਾਇਓ। ਸੁਖਾ ਸਿੰਘ ਕਹਿਣ ਲੱਗਾ, ਚੜ ਸਿਆ ਤੂੰ ਜੇ ਕੰਮ ਕਰਨਾ ਤੇ ਉਹ ਫਲਾਣੇ ਦਰਖਤ ਦੇ ਥੱਲੇ ਨਾ ਮੈਂ ਇੱਕ ਪਠਾਨ ਮਾਰ ਕੇ ਤੇ ਉਹਦੀ ਸੰਜੋਹ ਦੱਬੀ ਹੋਈ ਹੈ, ਗੁਪਤ ਕੀਤੀ ਹੋਈ ਹੈ। ਕਿਉਂਕਿ ਸੰਜੋਹਾਂ ਜਿਹੜੀਆਂ ਸੀ ਉਹ ਆਪਣੇ ਕੋਲ ਤੇ ਹੁੰਦੀਆਂ ਕੋਈ ਨਹੀਂ ਸੀ, ਉਹਨਾਂ ਕੋਲੋਂ ਹੀ ਖੋਣੀਆਂ ਪੈਂਦੀਆਂ ਸੀ। ਕਹਿੰਦਾ ਇੱਕ ਪਠਾਨ ਮੈਂ ਸੋਧਿਆ ਸੀ, ਕਿਤੇ ਮੇਲ ਡਿੱਕੇ ਆ ਗਿਆ ਸੀ ਤੇ ਮੈਂ ਉਹਨੂੰ ਮਾਰ ਕੇ ਤੇ ਉਹਦੀ ਸੰਜੋਗ ਗੁਪਤ ਕੀਤੀ, ਉਹ ਫਲਾਣੇ ਦਰਖਤ ਦੇ ਥੱਲੇ ਪਈ, ਚੁੱਕ ਕੇ ਲਿਆ। ਭੱਜ ਕੇ ਗਿਆ ਚੜ੍ਹਤ ਸਿੰਘ, ਬੜੀ ਖੁਸ਼ੀ ਨਾਲ ਉਹ ਸੰਜੋਗ ਪੱਟ ਕੇ ਲਿਆਇਆ ਤੇ ਸਾਰੀ ਸੰਜੋਗ ਜਿਹੜੀ ਪਠਾਨ ਪਿੰਡੇ ਦੇ ਪਾਂਦੇ ਸੁੱਖਾ ਸਿੰਘ ਨੇ ਪਾ ਲਈ। ਹਾਂਜੀ। ਦਸਤ ਦਸਤਾਨੇ ਸਿਰ ਟੋਪ ਟਿਕਾਇਓ। ਉਹ ਸਿਰ ਦੇ ਉੱਤੇ ਵੀ ਉਹਨੇ ਲੋਹੇ ਦਾ ਉਹ ਸੰਜੋਗ ਦਾ ਟੋਪ ਹੁੰਦਾ, ਹੱਥ ਵਿੱਚ ਲੋਹੇ ਦੀਆਂ ਦਸਤਾਨੇ ਹੁੰਦੇ ਆ ਤੇ ਸਾਰੇ ਪਿੰਡੇ ਤੇ ਲੋਹੇ ਦੀ ਜਾਲੀ ਵਾਲਾ ਕੁੜਤਾ ਹੁੰਦਾ, ਉਹ ਪਾ ਕੇ ਭਾਈ ਸੁੱਖਾ ਸਿੰਘ ਜੀ ਤਿਆਰ ਹੋ ਗਏ। ਪਾਖਰ ਮੰਗਾਏ ਘੋੜੇ ਪੈ ਡਾਰੀ। ਕਹਿੰਦੇ ਪਾਖਰ ਵੀ ਸੀਗੀ ਉਸੇ ਪਠਾਨ ਤੋਂ ਖੋਈ ਹੋਈ, ਉਹ ਘੋੜੇ ਦੇ ਉੱਤੇ ਪੂਰੇ ਝੁੱਲ ਪੈ ਜਾਂਦੀ ਹੈ ਲੋਹੇ ਦੀ, ਉਹਦੇ ਉੱਤੇ ਵਾਰ ਨਹੀਂ ਲੱਗਦਾ, ਘੋੜਾ ਵੀ ਸੇਵ ਰਹਿੰਦਾ। ਘੋੜੇ ਦੇ ਉੱਤੇ ਵੀ ਫਿਰ ਲੋਹੇ ਦੀ ਸੰਜੋਹ ਪਾ ਲਈ, ਪਾਖਰ ਪਾ ਲਈ। ਲੀਨੀ ਥੀ ਗਿਲਜਨ ਕੋ ਮਾਰੀ। ਉਹ ਗਿਲਜੇ ਪਠਾਨ ਮਾਰ ਕੇ ਸੁੱਖਾ ਸਿੰਘ ਨੇ ਖੋਈ ਸੀ, ਕਿਤੇ ਗੁਪਤ ਕਰਕੇ ਰੱਖੀ ਹੋਈ ਸੀ, ਜਦੋਂ ਲੋੜ ਪਵੇਗੀ ਉਦੋਂ ਵਰਤ ਲਾਂਗੇ। ਚੜਤ ਸਿੰਘ ਤਿਸ ਅੰਗ ਪਹਿਰਾਇਓ। ਬਾਬੇ ਚੜ੍ਹਤ ਸਿੰਘ ਜੀ ਹੋਰੀ ਉਦੋਂ ਭਚੰਗੀ ਸਨ, ਉਹਨਾਂ ਨੇ ਆਪਣੇ ਹੱਥੀਂ ਆਪਣੇ ਜਰਨੈਲ ਭਾਈ ਸੁੱਖਾ ਸਿੰਘ ਨੂੰ ਸਜਾਇਆ, ਕਿਉਂਕਿ ਜਦੋਂ ਸੰਜੋਗ ਪਾਈ ਦੀ ਹੈ ਨਾਲ ਦੂਜਾ ਬੰਦਾ ਲੱਗਦਾ, ਉਹ ਪਿੱਛੋਂ ਅੱਗੋਂ ਸਿੱਧੀ ਕਰਕੇ ਪੂਰੀ ਉਹ ਸੰਜੋਗ ਕੱਸ ਦਿੱਤੀ ਉਹਦੇ ਸਰੀਰ ਦੇ ਉੱਤੇ। ਘੋੜਾ ਸਿੰਘ ਕੋ ਖੂਬ ਸਜਾਇਓ। ਬਾਬੇ ਸੁੱਖਾ ਸਿੰਘ ਘੋੜਾ ਵੀ ਬੜਾ ਕਮਾਲ ਦਾ ਰੱਖਦੇ ਸਨ, ਬਹੁਤ ਮਿਹਨਤ ਨਾਲ ਘੋੜੇ ਨੂੰ ਆਪ ਭਾਵੇਂ ਭੁੱਖੇ ਰਹਿੰਦੇ ਸੀ, ਸਿੰਘ ਘੋੜਿਆਂ ਨੂੰ ਨਹੀਂ ਸੀ ਭੁੱਖਾ ਰਹਿਣ ਦਿੰਦੇ, ਘੋੜਿਆਂ ਨੂੰ ਤਿਆਰ ਪਰ ਤਿਆਰ ਰੱਖਦੇ ਸੀ। ਘੋੜਾ ਸਜਾ ਕੇ ਬੜਾ ਸੁੰਦਰ ਲਈ ਸਿਰੋਹੀ ਦੋਏ ਕਰ ਨਮਸਕਾਰ। ਔਰ ਬੜੀ ਸੁੰਦਰ ਸਰੋਹ ਦੇਸ਼ ਦੀ ਫਣੀ ਫਲਾਦੀ ਤਲਵਾਰ ਨਮਸਕਾਰ ਕਰਕੇ ਗਾਤਰੇ ਪਾਈ। ਗਾਤਰੇ ਪਾਈ ਢਾਲ ਸੰਭਾਲ। ਔਰ ਗੈਂਡੇ ਦੀ ਢਾਲ ਸੰਭਾਲ ਕੇ ਗਾਤਰੇ ਪਾ ਲਈ। 5 ਸਿੰਘਣ ਤੇ ਅਰਦਾਸ ਕਰਾਈ। 5 ਸਿੰਘਾਂ ਕੋਲੋਂ ਅਰਦਾਸਾ ਕਰਾਇਆ। ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੇਨਤੀ ਕਰੋ ਕਿ ਸਤਿਗੁਰੂ ਕਲਗੀਧਰ ਪਿਤਾ ਜੀ ਕਿਰਪਾ ਕਰਨ, ਮੋਰਚਾ ਫਤਿਹ ਹੋਵੇ। ਹੋਏ ਭਗਉਤੀ ਸਿੰਘਣ ਸਹਾਈ। ਸ੍ਰੀ ਭਗਉਤੀ ਜੀ ਸਹਾਏ। ਇਹ ਜੋ ਸ਼ਸਤਰ ਭਗਉਤੀ ਆਦਿ ਸ਼ਕਤੀ ਕਾਲ ਪੁਰਖ ਦੀ ਹੈ। ਅੱਜ ਕੱਲ ਕਈ ਲੋਕ ਸ਼ੰਕਾ ਕਰਦੇ ਜੀ ਦੇਵੀਆਂ ਦੀ ਗੱਲ ਕਹੀ ਹੈ। ਸਾਧ ਸੰਗਤ ਜੀ ਭਗਉਤੀ ਨਾਮ ਸ਼ਕਤੀ ਦਾ, ਜਿਸ ਤੋਂ ਸੰਸਾਰ ਪੈਦਾ ਹੋਇਆ। ਇਹ ਮਾਤਾ ਹੈ ਸਾਰੇ ਸੰਸਾਰ ਦੀ, ਗੁਰਦੇਵ ਮਾਤਾ ਗੁਰਦੇਵ ਪਿਤਾ। ਉਹ ਭਗਉਤੀ ਸਾਡੇ ਅੰਗ ਸੰਗ ਰਵੇ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਇਹ ਭਗਉਤੀ ਨੂੰ ਧਿਆ ਕੇ ਗਾਤਰੇ ਪਾ ਲਿਆ। ਨਮਸਕਾਰ ਕਰ ਆਸਨ ਬਹਿਓ। ਨਮਸਕਾਰ ਕੀਤੀ ਘੋੜੇ ਨੂੰ। ਪੁਰਾਤਨ ਮਰਜ਼ਾਦਾ, ਜਦੋਂ ਸਿੰਘ ਘੋੜੇ ਤੇ ਚੜ੍ਹਦੇ ਨੇ ਉਹਨੂੰ ਨਮਸਕਾਰ ਕਰਦੇ, ਕਿਉਂਕਿ ਭਾਈ ਬਿਧੀ ਚੰਦ ਸਾਹਿਬ ਜਦੋਂ ਘੋੜੇ ਲੈ ਕੇ ਆਏ ਨਾ 6ਵੇਂ ਪਾਤਸ਼ਾਹ ਦੇ ਤੇ ਕਿਲੇ ਵਿੱਚੋਂ, ਲਾਹੌਰ ਦੇ ਕਿਲੇ ਚੋਂ, ਤੇ ਉਹਨਾਂ ਨੇ ਘੋੜੇ ਨੂੰ ਨਮਸਕਾਰ ਕੀਤੀ ਸੀ। ਕਿਉਂ ਕੀਤੀ ਸੀ? ਵੀ ਇਹ ਗੁਰੂ ਸਾਹਿਬ ਦਾ ਘੋੜਾ ਹੈ। ਮਹਾਰਾਜ ਘੋੜਾ ਤੁਹਾਡਾ, ਮੈਂ ਤੇ ਬਹਿਣ ਲੱਗਾ, ਮੈਨੂੰ ਮਾਫ ਕਰਿਆ ਜੇ। ਉਦੋਂ ਤੋਂ ਇਹ ਮਰਿਆਦਾ ਚੱਲੀ ਆਉਂਦੀ ਸਾਡੇ ਪੰਥ ਵਿੱਚ। ਅਜੇ ਵੀ ਨਿਹੰਗ ਸਿੰਘਾਂ ਦੇ ਦਲਾਂ 'ਚ ਜਿਹੜੇ ਪੁਰਾਣੇ ਸਿੰਘ ਸਿਆਣੇ ਨੇ, ਲਗਭਗ ਉਹ ਇੱਕ ਭਜੰਗੀਆਂ ਨੂੰ ਵੀ ਸਿਖਾ ਦਿੰਦੇ ਆ ਵੀ ਘੋੜੇ ਤੇ ਬਹਿਣ ਤੋਂ ਪਹਿਲਾਂ ਘੋੜੇ ਦੇ ਪੈਰੀਂ ਹੱਥ ਜ਼ਰੂਰ ਲਾਉਂਦੇ, ਫਿਰ ਘੋੜੇ ਦੀ ਕਾਠੀ ਤੇ ਉਹ ਆਪਣਾ ਘੋੜਾ ਸਮਝ ਕੇ ਨਹੀਂ ਬਹਿੰਦੇ, ਇਹ ਕਲਗੀਧਰ ਪਾਤਸ਼ਾਹ ਦਾ ਘੋੜਾ ਹੈ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਘੋੜੇ ਨੂੰ ਨਮਸਕਾਰ ਕਰਕੇ ਆਸਣ ਤੇ ਬਹਿ ਗਏ। ਸਗਨ ਬਾਂਛਿਓ ਤਬ ਦਹਿਨੇ ਭਇਓ। ਔਰ ਅਰਦਾਸ ਕੀਤੀ, ਮਹਾਰਾਜ ਸਹਾਈ ਹੋਣਾ, ਅੰਗ ਸੰਗ ਰਹਿਣਾ, ਜਕਾਰਾ ਗਜਾਇਆ ਜ਼ੋਰ ਨਾਲ। ਹਾਂਜੀ। ਦੇਖ ਸਿੰਘ ਕੋ ਦਿਲ ਭਇਓ ਹੁਸ਼ਿਆਰ। ਘੋੜੇ ਦੀ ਉਸ ਵੇਲੇ ਨੁਹਾਰ ਹੀ ਵੱਖਰੀ ਸੀ। ਘੋੜੇ ਨੇ ਟਾਪਾਂ ਮਾਰੀਆਂ, ਸਿੰਘ ਦਾ ਹੋਰ ਹੌਸਲਾ ਵੱਧ ਗਿਆ, ਕਿਉਂਕਿ ਘੋੜਾ ਵੀ ਜਿਹੜਾ ਨਾ ਬੰਦੇ ਦੇ ਦਿਲ ਨਾਲ ਦਿਲ ਮਿਲਾ ਕੇ ਰੱਖਦਾ, ਸਵਾਰ ਦੇ ਨਾਲ। ਉਹ ਵੀ ਇਸ਼ਾਰਾ ਕਰ ਦਿੰਦਾ ਵੀ ਫਿਕਰ ਨਾ ਕਰ, ਮੈਂ ਤੇਰੇ ਨਾਲ ਨਿਭ ਜਾਵਾਂਗਾ, ਸ਼ਹੀਦ ਹੋ ਜਾਵਾਂਗਾ, ਪਰ ਤੈਨੂੰ ਮੈਂ
ਕਿਸੇ ਤਰ੍ਹਾਂ ਦੀ ਨਿਉਣ ਨਹੀਂ ਦੇਖਣ ਦਿਆਂਗਾ। ਏਦਾਂ ਭਾਈ ਸੁੱਖਾ ਸਿੰਘ ਦਾ ਘੋੜਾ ਵੀ ਫੁੰਕਾਰਿਆ ਤੇ ਸਿੰਘ ਵੀ ਜਕਾਰਾ ਮਾਰ ਕੇ ਬੋਲਿਆ। ਹਾਂਜੀ, ਜਨ ਆਗੇ ਗਿਲਜੋ ਭਇਓ ਮਾਰ। ਏਦਾਂ ਪਤਾ ਲੱਗ ਗਿਆ ਵੀ ਸਮਝੋ ਗਿਲਜਾ ਤੇ ਮਾਰਿਆ ਹੀ ਪਿਆ ਹੈ, ਪਹਿਲਾਂ ਹੀ ਪਤਾ ਲੱਗ ਗਿਆ ਸਿੰਘ ਨੂੰ। ਦੋਹਰਾ ਜਬ ਸਿੰਘ ਘੋੜਾ ਤੋਰਿਆ ਔਰ ਸਗਨ ਭਇਓ ਚੰਗ। ਚੰਗੇ ਸਗਨ ਹੋ ਗਏ, ਘੋੜਾ ਚੱਲਦਿਆਂ ਹੀ ਹਵਾ ਬੜੀ ਸੋਹਣੀ ਪਿੱਛੋਂ ਦੀ ਚੱਲੀ। ਜੇ ਪਿੱਛੋਂ ਦੀ ਹਵਾ ਚੱਲੇ ਨਾ ਤੇ ਸਿੰਘ ਸਮਝਦੇ ਆ ਵੀ ਮੋਰਚਾ ਫਤਿਹ, ਅੱਗੋਂ ਦੀ ਆਵੇ ਤੇ ਸਮਝੋ ਵੀ ਰੁਕਾਵਟ ਪਏਗੀ। ਇਹ ਸਿਆਣੇ ਸਿੰਘਾਂ ਦੇ ਤਜਰਬੇ ਹੁੰਦੇ ਸਨ ਜੰਗ ਦੇ ਵਿੱਚ। ਹਾਂਜੀ, ਵਿੱਚ ਬਰੇਤੀ ਜਾ ਖੜੋ ਅਦ ਦਰਿਆਵੈ ਲੰਘ। ਸਿੰਘ ਨੇ ਜਕਾਰਾ ਗਜਾ ਕੇ ਸਿੰਘਾਂ ਨੂੰ ਆਖਿਆ, ਖਾਲਸਾ ਜੀ ਹੁਣ ਬਾਣੀ ਪੜੋ ਤੇ ਮੋਰਚਾ ਫਤਿਹ ਕਰਕੇ ਆਵਾਂਗਾ। ਚਾਉ ਪਈ ਸੁੱਖਾ ਸਿੰਘ ਚੜਤ ਸਿੰਘ ਸਮਝਾਇਓ। ਔਰ ਸੁੱਖਾ ਸਿੰਘ ਚੜ੍ਹਤ ਸਿੰਘ ਨੂੰ ਸਮਝਾ ਦਿੱਤਾ ਔਰ ਪੰਥ ਵੀ ਪਿੱਛੇ ਹਟਾਇਓ। ਬਾਕੀ ਸਿੰਘਾਂ ਨੂੰ ਵੀ ਆਖਿਆ ਤੁਸੀਂ ਸਾਰੇ ਪਿੱਛੇ ਰਹੋ। ਭਾਈ ਚੜ੍ਹਤ ਸਿੰਘ ਜੀ ਤੁਸੀਂ ਹੁਣ ਅੱਗੇ ਨਹੀਂ ਆਉਣਾ, ਹੁਣ ਮੈਂ ਹੀ ਇਹ ਮੋਰਚਾ ਫਤਿਹ ਕਰਕੇ ਆਵਾਂਗਾ। ਤੁਮ ਕੋ ਹੈ ਸਤਿਗੁਰ ਕੀ ਆਨ। ਤੁਹਾਨੂੰ ਸਤਿਗੁਰਾਂ ਦੀ ਕਿਰਪਾ, ਸਤਿਗੁਰਾਂ ਦੀ ਆਣ ਹੈ, ਤੁਸੀਂ ਕੁਝ ਨਾ ਕਰਿਆ ਜੇ। ਹੁਣ ਮੈਂ ਜੀਵਤ ਨਹੀਂ ਛੱਡਾਂ ਪਠਾਨ। ਮੈਂ ਇਕੱਲਾ ਹੀ ਪਠਾਨ ਨੂੰ ਮਾਰ ਕੇ ਆਵਾਂਗਾ, ਜਿਉਂਦਾ ਨਹੀਂ ਜਾਣ ਦਿਆਂਗਾ। ਸੁੱਖਾ ਸਿੰਘ ਪਠਾਨ ਲਲਕਾਰੂ। ਇਧਰੋਂ ਸੁੱਖਾ ਸਿੰਘ ਬਰੇਤੀ ਦਰਿਆ ਦੇ ਵਿੱਚ ਰੇਤਾ ਸੀ, ਉੱਤੇ ਸੁੱਕੇ ਰੇਤੇ 'ਚ ਆ ਗਿਆ ਤੇ ਉਹਨੇ ਪਠਾਨ ਨੂੰ ਲਲਕਾਰਾ ਮਾਰਿਆ। ਅਬ ਮੁੜਨਾ ਕਿਮ ਬਣੈ ਤੁਮਾਰੂ। ਆ ਪਠਾਨ ਦੇ ਬੱਚੇ ਜੇ ਪਠਾਣੀ ਦਾ ਦੁੱਧ ਪੀਤਾ ਤੇ ਆ ਮੈਦਾਨ ਦੇ ਵਿੱਚ, ਹੁਣ ਪਤਾ ਲੱਗੇਗਾ ਹੁਣ ਤੇਰਾ ਮੁੜਨਾ ਨਹੀਂ, ਮਾਂ ਦੇ ਕੋਲ ਨਹੀਂ ਤੂੰ ਜਾ ਸਕਦਾ ਮੁੜ ਕੇ। ਹੁਣ ਪੰਥ ਨਿੰਦਾ ਕਹਿ ਜਾਣੋ ਕਹਾਂ। ਉਹ ਖਾਲਸੇ ਪੰਥ ਦੀ ਨਿੰਦਾ ਕਰਕੇ ਕਿੱਥੇ ਜਾਏਗਾ ਤੂੰ? ਗੌਰ ਤੁਮਾਰੀ ਹੋਗੀ ਜਹਾਂ। ਇੱਥੇ ਹੀ ਤੇਰੀ ਕਬਰ ਬਣਾਵਾਂਗੇ। ਹੁਣ ਹਮ ਮਾਰਾਂਗੇ ਤੁਮਕੋ ਐਸੀ। ਹੁਣ ਤੈਨੂੰ ਇਸ ਤਰ੍ਹਾਂ ਮਾਰਾਂਗੇ ਪਠਾਨ ਬੱਚਿਆ। ਸਾਚ ਕਾਟ ਹੈ ਝੂਠੇ ਜੈਸੇ। ਜਿਵੇਂ ਸੱਚ ਝੂਠ ਨੂੰ ਵੱਢ ਦਿੰਦਾ ਹੈ। ਤੂੰ ਆਇਓ ਕਰ ਮਨ ਹੰਕਾਰ। ਤੂੰ ਹੰਕਾਰ ਕਰਕੇ ਆਇਆ ਹੈ ਮਨ ਦੇ ਵਿੱਚ। ਹਮ ਕੋ ਸਮਝਿਓ ਸਸਾ ਸ਼ਿਕਾਰ। ਤੂੰ ਸਾਨੂੰ ਸਸਾ ਖਰਗੋਸ਼ ਸ਼ਿਕਾਰ ਸਮਝਦਾ ਸੀ, ਅਸੀਂ ਸਸੇ ਖਰਗੋਸ਼ ਨਹੀਂ ਆ, ਅਸੀਂ ਕਲਗੀਧਰ ਦੇ ਸ਼ੇਰ ਹਾਂ। ਦੇਖ ਸਸੇ ਤੇ ਹੋਤ ਹੈ ਸ਼ੇਰ। ਦੇਖ ਅਸੀਂ ਕਿਵੇਂ ਹੁਣੇ ਸਸੇ ਤੋਂ ਸ਼ੇਰ ਬਣ ਜਾਣਾ। ਭੂਲ ਫਸਿਓ ਤੂੰ ਆਏ ਇਤ ਫੇਰ। ਤੂੰ ਭੁੱਲ ਕੇ ਆ ਕੇ ਇਸ ਘੇਰੇ 'ਚ ਫਸ ਗਿਆ, ਹੁਣ ਤੂੰ ਨਿਕਲ ਨਹੀਂ ਸਕਦਾ। ਐਸੇ ਆਖ ਸਿੰਘ ਭਇਓ ਖੜਾ। ਇਸ ਤਰ੍ਹਾਂ ਕਹਿ ਕੇ ਸਿੰਘ ਮੈਦਾਨੀ ਬਰੇਤੇ 'ਚ ਖਲੋ ਗਿਆ ਘੋੜੇ ਤੇ। ਪੁੱਤ ਤੈ ਆਏ ਗਿਲਜੋ ਭੀ ਅੜਾ। ਉਧਰੋਂ ਇੱਕ 7.5 ਫੁੱਟ ਉੱਚਾ ਪਠਾਨ, ਜਿਹੜਾ ਸਾਰਾ ਸਰੀਰ ਲੋਹੇ ਨਾਲ ਮੜਿਆ ਹੋਇਆ, ਬੜਾ ਜਵਾਨ, ਉਹ ਘੋੜੇ ਸਮੇਤ ਮੈਦਾਨੇ ਜੰਗ 'ਚ ਆ ਗਿਆ। ਦੋਹਰਾ ਦੋਨੋਂ ਬਾਤਾਂ ਖੜ ਕਰੈ ਜਨ ਬੜ ਕਰਤ ਪਿਆਰ। ਆਮਣੇ ਸਾਹਮਣੇ ਅੱਖਾਂ ਚਾਰ ਹੋਈਆਂ, ਅੱਖਾਂ 'ਚ ਅੱਖਾਂ ਪਾ ਕੇ ਗੱਲਾਂ ਕਰਦੇ ਜਿਵੇਂ ਪਿਆਰ ਕਰਦੇ ਹੋਣ ਇੱਕ ਦੂਜੀ ਨੂੰ। ਦੋ ਤੇਗਾਂ ਹੱਥ ਧਰੈ ਕਹੈ ਮਾਰ ਤੂੰ ਮਾਰ। ਦੋਵਾਂ ਦੇ ਹੱਥਾਂ 'ਚ ਬੜੀਆਂ ਕੀਮਤੀ ਤਲਵਾਰਾਂ ਫੁਲਾਦੀ, ਕਹਿੰਦੇ ਤੂੰ ਵਾਰ ਕਰ, ਉਹ ਕਹਿੰਦਾ ਤੂੰ ਕਰ। ਏਦਾਂ ਇੱਕ ਦੂਜੀ ਨੂੰ ਲਲਕਾਰਦੇ ਨੇ। ਚਾਉ ਪਈ ਦੋ ਲਾਗੇ ਬਾਤਾਂ ਕਰਨ। ਦੋਵੇਂ ਬਾਤਾਂ ਕਰਨ ਲੱਗੇ, ਦੋ ਆਪਸ ਮੇ ਲਾਗੇ ਅਰਨ। ਦੋਵੇਂ ਅੜਨ ਲੱਗੇ ਪੈਂਤੜੇ ਲੈ ਲੈ ਕੇ। ਸਿੰਘ ਕਹਿਓ ਤੂੰ ਪਠਾਨ ਸੰਭਾਲ। ਬਾਬਾ ਸੁੱਖਾ ਸਿੰਘ ਬੋਲਿਆ, ਪਠਾਨ ਬੱਚੇ ਸੰਭਲ ਤਗੜਾ ਹੋ। ਅਕੈ ਲਿਆਵ ਕੋ ਦੂਜੋ ਨਾਲ। ਜੇ ਤੈਨੂੰ ਕੋਈ ਡਰ ਹੈ ਮੇਰੇ ਤੋਂ ਤੇ ਇੱਕ ਹੋਰ ਲੈ ਆ ਆਪਣੇ ਨਾਲ, ਭਾਈਵਾਲ ਆਪਣਾ ਕੋਈ। ਪਠਾਨ ਕਹਿਓ ਮੈਂ ਇਕੱਲੋ ਸ਼ੇਰ। ਅੱਗਾ ਪਠਾਨ ਕਹਿੰਦਾ ਮੈਂ ਕੱਲਾ ਹੀ ਸ਼ੇਰ ਆ, ਤੂੰ ਕੋਈ ਆਪਣੇ ਨਾਲ ਬੁਲਾਣਾ ਤਾਂ ਬੁਲਾ ਲੈ। ਬੱਕਰੀ ਜਿਉ ਤੁਝ ਲੇਹੋ ਗੇਰ। ਮੈਂ ਸ਼ੇਰ ਆ, ਤੂੰ ਮੇਰੇ ਸਾਹਮਣੇ ਬੱਕਰੀ ਐ, ਮੈਂ ਤੈਨੂੰ ਗੇਰ ਲਵਾਂਗਾ ਹੁਣੇ ਹੀ। ਦੋਨਾਂ ਨੇ ਕੀਤੇ ਸਨਮੁਖ ਘੋੜੇ। ਇਹ ਦੋਵਾਂ ਨੇ ਆਮਣੇ ਸਾਹਮਣੇ ਘੋੜੇ ਕਰ ਦਿੱਤੇ। ਘੋੜੇ ਵੀ ਬੜੇ ਜੰਗੀ ਸਨ ਦੋਵਾਂ ਦੇ। ਦੋਵਨ ਤੇਗਨ ਸੋ ਹੱਥ ਜੋੜੇ। ਦੋਵਾਂ ਦੇ ਹੱਥਾਂ 'ਚ ਢਾਲਾਂ ਤਲਵਾਰਾਂ ਸਨ। ਉਸ ਕਹੈ ਕਰ ਪ੍ਰਥਮ ਤੂੰ ਵਾਰ। ਬਾਬਾ ਸੁੱਖਾ ਸਿੰਘ ਕਹਿੰਦੇ ਵਾਰ ਪਹਿਲਾਂ ਕਰ ਲੈ ਤੂੰ। ਜੈਸ ਭਾਈ ਦੋ ਕਰਤ ਪਿਆਰ। ਇੱਕ ਦੂਜੀ ਨੂੰ ਉਹ ਕਹਿੰਦਾ ਤੂੰ ਕਰ ਲੈ, ਜਿਵੇਂ ਦੋ ਭਰਾ ਹੋਣ ਵਾਪਸ ਪਿਆਰ ਦੀਆਂ ਗੱਲਾਂ ਕਰਦੇ। ਸੂਰਮਿਆਂ ਦੀਆਂ ਖੇਡਾਂ ਹੁੰਦੀਆਂ, ਸੂਰਮਿਆਂ ਦਾ ਪਿਆਰ ਇਹੀ ਹੁੰਦਾ, ਮੈਦਾਨੇ ਜੰਗ 'ਚ ਪਤਾ ਲੱਗਦਾ। ਦੋ ਜਾਣੈ ਸ਼ਸਤਰ ਚਲਾਵਨ। ਦੋਵੇਂ ਸ਼ਸਤਰ ਵਿਦਿਆ ਦੇ ਮਾਹਰ ਸਨ, ਮਾਸਟਰ ਸਨ ਸ਼ਸਤਰ ਵਿਦਿਆ ਦੇ। ਦੋ ਜਾਣੈ ਘਾਤ ਬਚਾਵਨ। ਦੋਵੇਂ ਵਾਰ ਰੋਕਣੇ ਵੀ ਜਾਣਦੇ ਸਨ ਤੇ ਮਾਰਨੇ ਵੀ ਜਾਣਦੇ ਸਨ। ਹੋਏ ਸਨਮੁਖ ਵਾਰ ਦੋਵਨ ਕੀਓ। ਦੋਵਾਂ ਨੇ ਸਾਹਮਣੇ ਆ ਕੇ ਵਾਰ ਕੀਤੇ ਤੇਗਾਂ ਦੇ। ਢਾਲਣ ਉਪਰ ਦੋਵਨ ਲਿਓ। ਦੋਵੇਂ ਫੁਰਤੀਲੇ ਢਾਲਾਂ ਦੇ ਰੋਕ ਗਏ ਇੱਕ ਦੂਜੀ ਦਾ ਵਾਰ। ਜਨ ਵਦਾਨ ਅਹਰਨ ਪਰ ਮਾਰੈ। ਢਾਲਾਂ ਦੇ ਉੱਤੇ ਤੇਗਾਂ ਇੰਜ ਵੱਜੀਆਂ
ਜਿਵੇਂ ਐਰਨ ਦੇ ਉੱਤੇ ਵੱਡਾ ਥੌੜਾ ਬਦਾਨ ਵੱਜਦਾ ਹੈ। ਇਮ ਢਾਲਣ ਪਰ ਤੇਗਾ ਝਾਰੈ ਆ ਢਾਲਾਂ ਉੱਤੇ ਤੇਗਾਂ ਏਦਾਂ ਛਣਕਦੀਆਂ ਨੇ। ਦੋਹਰਾ ਦੋ ਵਾਰ ਠਾਂਡੇ ਕਰੈ ਗਿਰ ਢਾਲ ਹੁਵੈ ਟੂਕ ਦੋਵੇਂ ਇੱਕ ਦੂਜੀ ਦੇ ਵਾਰ ਕਰਦੇ ਢਾਲਾਂ ਟੁੱਟ ਕੇ ਟੋਟੇ ਟੋਟੇ ਹੋ ਗਈਆਂ। ਕਾਟਣ ਡਹੇ ਸੰਜੋਏ ਜੁਗ ਮਾਰੈ ਚੋਟ ਅਚੂਕ ਢਾਲਾਂ ਟੁੱਟ ਗਈਆਂ ਤੇ ਫਿਰ ਸੰਜੋਹਾਂ ਦੇ ਉੱਤੇ ਵਾਰ ਵੱਜਣ ਲੱਗ ਪਏ। ਪਿੰਡੇ ਦੇ ਦੋਵਾਂ ਨੇ ਸੰਜੋਹਾਂ ਪਾਈਆਂ ਹੋਈਆਂ ਸਨ। ਜਾਓ ਪਈ ਤੇਗਣ ਸੋ ਪਟ ਕਹਿ ਕੱਟ ਗਏ ਆਹਾ ਕਹਿੰਦੇ ਤਲਵਾਰਾਂ ਦੇ ਨਾਲ ਸੰਜੋਹਾਂ ਦੇ ਵੀ ਕੜੀਆਂ ਟੁੱਟ ਗਈਆਂ, ਵੱਢੀਆਂ ਗਈਆਂ। ਛੁਰਾ ਛੁਰੀ ਸਭ ਤਬ ਗਿਰ ਤੇ ਪਏ ਫਿਰ ਦੋਵੇਂ ਘੋੜੇ ਨੇੜੇ ਆ ਗਏ ਤੇ ਇੱਕ ਦੂਜੀ ਨਾਲ ਜਫਮ ਜਫੀ ਹੋ ਗਏ ਤੇ ਘੋੜੇ ਤੋਂ ਦੋਵੇਂ ਹੀ ਥੱਲੇ ਡਿੱਗ ਪਏ, ਸੁੱਖਾ ਸਿੰਘ ਵੀ ਤੇ ਪਠਾਨ ਵੀ। ਦੋਉ ਨ ਤੇਗਣ ਮੁਖ ਟੁੱਟ ਗਏ ਤਲਵਾਰਾਂ ਦੋਵਾਂ ਦੀਆਂ ਟੇਡੀਆਂ ਹੋ ਗਈਆਂ, ਮੁੱਸ ਗਈਆਂ, ਅੱਗੋਂ ਧਾਰਾਂ ਟੁੱਟ ਗਈਆਂ। ਲੜਤ ਭਿਰਤ ਆਪਸ ਮੈਂ ਖਹੇ ਹੱਥੋਂ ਹੱਥੀ ਹੋ ਗਈ ਮੁਕਾਬਲਾ, ਜਿਵੇਂ ਪਹਿਲਵਾਨ ਘੁਲਦੇ ਨੇ ਆਪਸ ਵਿੱਚ। ਘੋੜਨ ਮੈਂ ਨਹਿ ਤਾਕਤ ਰਹੀ ਘੋੜਿਆਂ 'ਚ ਵੀ ਤਾਕਤ ਨਾ ਰਹੀ ਤੇ ਜਵਾਨਾਂ ਦਾ ਵੀ ਜ਼ੋਰ ਲੱਗ ਗਿਆ। ਜ਼ਖਮਨ ਤੇ ਰਤ ਸਭ ਚੋਏ ਗਈ ਘੋੜਿਆਂ ਦੇ ਵੀ ਖੂਨ ਵਗ ਗਿਆ ਸਰੀਰ ਵਿੱਚੋਂ ਸਾਰਾ। ਘੋੜਨ ਸੋ ਘੋੜੇ ਢੁੱਕ ਪਏ ਘੋੜਿਆਂ ਨਾਲ ਘੋੜੇ ਲੜਲੇ ਕਰਦੇ ਸੀ। ਇਹ ਵੀ ਜੰਗ ਵਿੱਚ ਦਾ ਹੁੰਦਾ ਸੀ, ਘੋੜਿਆਂ ਨੂੰ ਸਿਖਾਇਆ ਹੁੰਦਾ ਸੀ। ਕਈ ਪੁਰਾਣੇ ਚਿੱਤਰਕਾਰਾਂ ਨੇ ਚਿੱਤਰ ਬਣਾਇਆ, ਇੱਕ ਸਿੰਘ ਦਾ ਘੋੜਾ ਤੁਰਕ ਦੇ ਘੋੜੇ ਦੇ ਮੂੰਹ ਨੂੰ ਲੱਤ ਪਾ ਕੇ ਉੱਪਰ ਕਰ ਦਿੰਦਾ, ਉਹ ਲੱਤਾਂ ਦੀਆਂ ਕਾਬੂ ਬੇਕਾਬੂ ਹੋ ਜਾਂਦੀਆਂ, ਉਹ ਪਿੱਛੇ ਡਿੱਗ ਪੈਂਦਾ। ਇਦਾਂ ਦੇ ਇਹ ਦਾ ਹੁੰਦੇ ਸੀ, ਘੋੜਿਆਂ ਨੂੰ ਵੀ ਸਿਖਾਏ ਹੁੰਦੇ ਸੀਗੇ। ਇਦਾਂ ਘੋੜੇ ਵੀ ਘੋੜਿਆਂ ਨਾਲ ਲੜਦੇ ਸੀ। ਹਾਂਜੀ, ਮੋਢਣ ਸੋ ਮੋਢੇ ਅੜ ਗਏ ਮੋਢਿਆਂ ਨਾਲ ਮੋਢੇ ਅੜ ਗਏ ਯੋਧਿਆਂ ਦੇ। ਦੋਹਰਾ ਜਫਮ ਜਫੀ ਹੋ ਰਹੇ ਗਿਰੇ ਭੂਮ ਮਦ ਝੂਮ ਸੁੱਖਾ ਸਿੰਘ ਤੇ ਪਠਾਨ ਜਫਮ ਜਫੀ ਹੋ ਕੇ ਜ਼ਮੀਨ ਤੇ ਡਿੱਗ ਪਏ। ਭਏ ਫਟ ਗਿਰ ਸੱਟ ਲੱਗੀ ਪਰੇ ਮੂਰਛਾ ਭੂਮ ਤੇ ਦੋਵਾਂ ਨੂੰ ਇੰਨੇ ਸੱਟਾਂ ਲੱਗ ਗਈਆਂ, ਇੰਨੇ ਫੱਟ ਲੱਗ ਗਏ ਵੀ ਮੂਰਛਿਤ 'ਚ ਬੇਹੋਸ਼ ਹੋ ਕੇ ਡਿੱਗ ਪਏ ਦੋਵੇਂ ਹੀ। ਹਾਂਜੀ, ਚਾਉ ਪਈ ਤਬ ਸਿੰਘ ਕੋ ਕਛ ਸੋਝੀ ਆਈ ਬਾਬਾ ਸੁੱਖਾ ਸਿੰਘ ਜੀ ਨੂੰ ਪਰਮੇਸ਼ਰ ਦੀ ਕਿਰਪਾ ਨਾਲ ਥੋੜੀ ਜੀ ਹੋਸ਼ ਆਈ ਗਿੱਚੇ ਤਬ ਉਸ ਸਿੰਘ ਉਠਾਈ ਤੇ ਭਾਈ ਸੁੱਖਾ ਸਿੰਘ ਨੇ ਉੱਠ ਕੇ ਚੱਕ ਸੰਜੋਏ ਦਈ ਪੇਟ ਤਸਾਏ ਤੇ ਉਹਦੇ ਉੱਪਰ ਜਾ ਕੇ ਛਾਤੀ ਤੇ ਬਹਿ ਗਏ ਪਠਾਨ ਦੇ ਤੇ ਆਪਣੀ ਖੰਜਰ ਕੱਢ ਕੇ ਉਹਦੇ ਪੇਟ ਵਿੱਚ ਧਸਾ ਦਿੱਤੀ। ਦਿਲ ਅਰ ਰੁਕੜੇ ਗਈ ਵਹਿ ਖਾਏ ਆ ਜਿਹੜਾ ਕਾਲਜਾ ਨਾ ਇੱਥੇ ਮਾਰੀ ਤੇ ਕਹਿੰਦੇ ਕਾਲਜਾ ਕੱਢ ਕੇ ਬਾਹਰ ਲੈ ਆਈ। ਠੋਸ ਦਈ ਉਸ ਕੇ ਮੱਧ ਪੇਟ ਪੇਟ ਦੇ ਵਿੱਚ ਧਸਾ ਦਿੱਤੀ ਬਾਬੇ ਸੁੱਖਾ ਸਿੰਘ ਨੇ ਪਠਾਨ ਦੇ ਛੁਰੀ। ਆਂਤ ਉਜਰੀ ਕੱਢੀ ਸਮੇਟ ਆਂਦਰਾਂ ਹੀ ਕੱਢ ਲਈਆਂ ਸਾਰੀਆਂ, ਉਜਰੀ ਕੱਢ ਲਈ ਬਾਹਰ, ਕਾਲਜਾ ਕੱਢ ਲਿਆ ਮਾਰ ਕੇ ਪੰਜਾ। ਬੋਲੇ ਸੋ ਨਿਹਾਲ ਸਤਿਗੁਰ ਰੱਖੇ ਖਾਲਸੇ ਲਾਜ ਸਤਿਗੁਰਾਂ ਨੇ ਖਾਲਸੇ ਦੀ ਲਾਜ ਰੱਖ ਲਈ। ਫਤਿਹ ਬੁਲਾਈ ਉੱਠ ਸਿੰਘ ਗਾਜ ਸਿੰਘ ਨੇ ਮਾਰ ਕੇ ਪਠਾਨ ਨੂੰ ਛਾਲ ਮਾਰ ਕੇ ਖਲੋਇਆ ਤੇ ਫਤਿਹ ਗੱਜ ਕੇ ਗਜਾ ਦਿੱਤੀ। ਦੋਹਰਾ ਇਤੈ ਮੁਗਲ ਸੋ ਵੱਧ ਭਇਓ ਹੁਤੋ ਜੋ ਅਤਗਰ ਬਾਤ ਬੜਾ ਹੰਕਾਰੀ ਪਠਾਨ ਸੀਗਾ, 7.5 ਫੁੱਟ ਉੱਚਾ, 7.5 ਮਣ ਦਾ ਭਾਰ। ਉਹ ਪਠਾਨ ਬਾਬੇ ਸੁੱਖਾ ਸਿੰਘ ਨੇ ਮਾਰ ਲਿਆ ਮੈਦਾਨੇ ਜੰਗ ਵਿੱਚ। ਰਤਨ ਸਿੰਘ ਨੇ ਤਿਮ ਲਿਖੀ ਜਿਮ ਸੁਣੀ ਸਿੰਘਣ ਤੇ ਬਾਤ ਜੋ ਇਹ ਪੁਰਾਣੇ ਸਿੰਘਾਂ ਤੋਂ ਸੁਣਿਆ, ਰਤਨ ਸਿੰਘ ਜੀ ਨੇ ਉਹ ਕਥਾ ਲਿਖ ਦਿੱਤੀ ਪੰਥ ਪ੍ਰਕਾਸ਼ ਵਿੱਚ। ਚਾਉ ਪਈ ਫਤਿਹ ਬੁਲਾਏ ਸਿੰਘ ਪਿੱਛੇ ਮੁੜਿਓ ਬਾਬਾ ਸੁੱਖਾ ਸਿੰਘ ਜੀ ਫਤਿਹ ਪਾ ਕੇ ਪਿਛਾਂ ਨੂੰ ਮੁੜੇ, ਸਰੀਰ ਚੋਂ ਖੂਨ ਵਗ ਰਿਹਾ ਬਹੁਤ, ਪਰ ਚਿਹਰੇ ਤੇ ਖੁਸ਼ੀ ਦਾ ਪ੍ਰਗਟਾਵਾ ਵੀ ਮੋਰਚਾ ਫਤਿਹ ਹੋ ਗਿਆ। ਦੌੜ ਸਿੰਘ ਵੱਲ ਖਾਲਸੋ ਤੁਰਿਓ ਦੌੜ ਕੇ ਸਿੰਘਾਂ ਵੱਲ ਆ ਗਿਆ ਖਾਲਸੇ। ਅੱਗੋਂ ਸਿੰਘ ਵੀ ਉਹਨੂੰ ਚੁੱਕਣ ਵਾਸਤੇ ਦੌੜੇ, ਜਿਹੜੇ ਕਦੀ ਕਈ ਮਹੀਨਿਆਂ ਦੇ ਉਹਦਾ ਬਾਟਾ ਵੱਖਰਾ ਕਰੀ ਫਿਰਦੇ ਸੀਗੇ। ਉਹੀ ਖਾਲਸਾ ਫਿਰ ਖੁਸ਼ੀਆਂ ਦੇ ਘਰ ਚ ਆ ਗਿਆ। ਹਾਂਜੀ, ਉਤ ਤੈ ਗਿਲਜਨ ਹੱਲੋ ਕੀਓ ਉਧਰੋਂ ਗਿਲਜਿਆਂ ਨੇ ਹੱਲਾ ਕਰ ਦਿੱਤਾ ਵੀ ਸਾਡਾ ਬੰਦਾ ਮਾਰ ਕੇ ਇਹ ਕਿਵੇਂ ਚਲਾ ਜਾਵੇ। ਉਹ ਬਾਬੇ ਸੁੱਖਾ ਸਿੰਘ ਨੂੰ ਮਾਰਨ ਲਈ ਪਿੱਛੋਂ ਆ ਗਏ। ਇਤ ਤੈ ਸਿੰਘਣ ਮੋਹਰੇ ਲਿਓ ਇਧਰੋਂ ਸਿੰਘ ਬੰਦੂਕਾਂ ਪਹਿਲਾਂ ਹੀ ਕੱਸੀ ਬੈਠੇ ਸਨ, ਇਹਨਾਂ ਨੇ ਮੋਰਚਾ ਮੱਲ ਲਿਆ ਜਾ ਕੇ। ਚੜਤ ਸਿੰਘ ਘੋੜਾ ਅੱਗੇ ਚਲਾਏ ਬਾਬਾ ਚੜਤ ਸਿੰਘ ਜੀ ਘੋੜਾ ਲੈ ਕੇ ਗਏ ਸੁੱਖਾ ਸਿੰਘ ਨੂੰ ਚੁੱਕਣ ਵਾਸਤੇ, ਕਿਉਂਕਿ ਉਹਨਾਂ ਦਾ ਘੋੜਾ ਤਾਂ ਸ਼ਹੀਦ ਹੋ ਗਿਆ ਸੀਗਾ। ਤੇ ਦੂਜਾ ਘੋੜਾ ਲੈ ਕੇ ਚੜਤ ਸਿੰਘ ਆਇਆ। ਬਾਹੇ ਗਹੇ ਲਿਓ ਗੈਲ ਚੜਾਏ ਬਾਬਾ ਸੁੱਖਾ ਸਿੰਘ ਜੀ ਦੀ ਬਾਹ ਫੜ ਕੇ ਚੜਤ ਸਿੰਘ ਨੇ ਆਪਣੇ ਘੋੜੇ ਤੇ ਬਹਾ ਲਿਆ। ਉਹ ਜਹੇਦਾਰ ਜੀ
ਆਓ ਤੇ ਆਪਣੇ ਘੋੜੇ ਤੇ ਬਹਾ ਕੇ ਲੈ ਆਇਆ ਉਸ ਨੂੰ। ਸਿੰਘ ਜੀ ਕੋ ਲੈ ਆਏ ਉਰਾਰ, ਸਿੰਘ ਬਾਬਾ ਜੀ ਬਾਬਾ ਸੁੱਖਾ ਸਿੰਘ ਜੀ ਨੂੰ ਭਾਈ ਚੜ੍ਹਤ ਸਿੰਘ ਜੀ ਆਪਣੇ ਨਾਲ ਪਿਛਾਂ ਲੈ ਆਏ, ਗਿਲਜੇ ਹਟਾਏ ਉਸ ਹੀ ਪਾਰ, ਔਰ ਗਿਰਜਿਆਂ ਨੂੰ ਮਾਰ ਕੇ ਪਰਾਂ ਭਜਾ ਦਿੱਤਾ। ਦੋਹਰਾ ਚੜ੍ਹਤ ਸਿੰਘ ਸੁੱਖਾ ਸਿੰਘ ਕੀ ਬਾਡੀ ਅਤਿਸ਼ੈ ਪ੍ਰੀਤ। ਹੁਣ ਚੜ੍ਹਤ ਸਿੰਘ ਦੀ ਤੇ ਸੁੱਖਾ ਸਿੰਘ ਦੀ ਪ੍ਰੀਤ ਬਹੁਤ ਜ਼ਿਆਦਾ ਵੱਧ ਗਈ। ਚੜ੍ਹਤ ਸਿੰਘ ਉਹਨੂੰ ਆਪਣਾ ਬਜ਼ੁਰਗ, ਆਪਣਾ ਵੱਡਾ, ਆਪਣਾ ਭਰਾ ਜਾਂ ਆਪਣਾ ਉਸਤਾਦ ਮੰਨਣ ਲੱਗ ਪਿਆ। ਦੇਹੀ ਜਾਪਤ ਦੋਏ ਦੋਏ ਨ ਰਹਿਓ ਏਕ ਹੋਵੇ ਚੀਤ। ਸਰੀਰ ਹੀ ਦੋ ਰਹਿ ਗਏ ਪਰ ਆਤਮਾ ਇੱਕ ਹੋ ਗਈ। ਕਹਿੰਦੇ ਚੜ੍ਹਤ ਸਿੰਘ ਨੂੰ ਬਹੁਤ ਸਾਰੀ ਵਿਦਿਆ ਸੁੱਖਾ ਸਿੰਘ ਨੇ ਸਿਖਾਈ, ਜੋ ਉਹਨੇ ਬਾਬਾ ਸ਼ਾਮ ਸਿੰਘ ਕੋਲੋਂ ਸਿੱਖੀ ਸੀ। ਉਹ ਵਿਦਿਆ ਬਾਬੇ ਚੜ੍ਹਤ ਸਿੰਘ ਨੇ ਉਹ ਆਪਣੇ ਪੁੱਤਰ ਨੂੰ, ਤੇ ਅੱਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚੀ ਹੈ। ਤਾਂ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪ ਕਹਿੰਦੇ 24 ਘੰਟੇ ਘੋੜੇ ਦੀ ਕਾਠੀ ਤੇ ਬਹਿ ਕੇ ਜੰਗ ਲੜ ਲੈਂਦਾ ਸੀ। ਹੈ ਸੀ ਬਾਦਸ਼ਾਹ, ਪਰ ਸਿੰਘਾਂ ਦਾ ਬਾਦਸ਼ਾਹ ਬੜਾ ਬਹਾਦਰ ਸੀਗਾ, ਕਿਉਂਕਿ ਉਹਦੇ ਦਾਦੇ ਪੜਦਾਦੇ ਇਸ ਤਰ੍ਹਾਂ ਜੰਗੀ ਜਰਨੈਲ ਸਨ। ਹਾਂਜੀ। ਚਾਉ ਪਈ ਸਰਦਾਰ ਸਭੇ ਚੱਲ ਡੇਰੇ ਆਏ, ਸਾਰੇ ਸਿੰਘ ਸਰਦਾਰ ਡੇਰੇ 'ਚ ਆ ਗਏ ਉਰਲੇ ਪਾਸੇ ਜਿੱਧਰ ਖਾਲਸੇ ਨੇ ਛੋਣੀ ਪਾਈ ਹੋਈ ਸੀ। ਇੱਕ ਇੱਕ ਘੋੜਾ ਸਭੇ ਲਿਆਏ। ਸਾਰੇ ਸਿੰਘਾਂ ਦੀ ਮਿਸਲਾਂ ਦੇ ਜਿੰਨੇ ਸਰਦਾਰ ਸੀ ਨਾ, ਅੱਜ ਸੁੱਖਾ ਸਿੰਘ ਦਾ ਸਨਮਾਨ ਕਰਨ ਲੱਗੇ ਆ। ਕੀ ਲੈ ਕੇ ਆਏ ਆ? ਉਹਨੂੰ ਇਨਾਮ ਵਿੱਚੋਂ ਇੱਕ ਇੱਕ ਘੋੜਾ ਸਾਰੇ ਲੈ ਕੇ ਆਏ। ਜਿੰਨੇ ਸਿੰਘਾਂ ਦੇ ਸਰਦਾਰ ਸੀ ਨਾ, ਆਪਣੇ ਆਪਣੇ ਵੱਲੋਂ ਇੱਕ ਇੱਕ ਘੋੜਾ ਇਨਾਮ ਦਿੱਤਾ। ਹਾਂਜੀ। ਦੈ ਦੈ ਘੋੜੇ ਧੰਨ ਧੰਨ ਕਹਿਓ, ਨਾਲੇ ਘੋੜੇ ਦਿੱਤੇ ਤੇ ਨਾਲੇ ਧੰਨ ਆਖਿਆ। ਸੁੱਖਾ ਸਿੰਘ ਧੰਨ ਆ ਵੀ ਤੂੰ ਸ਼ੇਰਾ, ਅੱਜ ਪੰਥ ਦੀ ਲਾਜ ਰੱਖ ਲਈ ਐ ਤੂੰ। ਸਿੰਘ ਚਾਹੇ ਦੋਖ ਕੰਨਿਆ ਬਖਸ਼ਿਓ। ਬਾਬਾ ਸੁੱਖਾ ਸਿੰਘ ਹੱਥ ਛੋੜ ਕੇ ਕਹਿੰਦਾ ਮੈਨੂੰ ਘੋੜੇ ਨਹੀਂ ਚਾਹੀਦੇ, ਮੇਰਾ ਜਿਹੜਾ ਉਹ ਲਾਇਆ ਨਾ ਤੁਸੀਂ ਇਲਜ਼ਾਮ ਵੀ ਕੁੜੀ ਮਾਰ ਦਿੱਤੀ ਸੀ, ਕਿਰਪਾ ਕਰਕੇ ਉਹ ਮਾਫ ਕਰ ਦਿਓ। ਦੋਹਰਾ ਠਾਂਡ ਭਇਓ ਕਰ ਜੋਰ ਕਰ ਸਰਬ ਪੰਥ ਕੇ ਪਾਸ। ਖਾਲਸਾ ਪੰਥ ਬਹਿ ਗਿਆ ਤੇ ਸੁੱਖਾ ਸਿੰਘ ਗਲ ਪੱਲਾ ਪਾ ਕੇ ਪੰਥ ਦੇ ਸਾਹਮਣੇ ਖਲੋ ਗਿਆ। ਲਿਓ ਖਾਲਸੋ ਮੇਲ ਗਲ ਕਰ ਦਈ ਖੁਸ਼ੀ ਅਰਦਾਸ। ਸਿੰਘਾਂ ਨੇ ਉਸੇ ਵੇਲੇ ਖੁਸ਼ੀ 'ਚ ਆ ਕੇ ਗਲ ਨਾਲ ਲਾ ਲਿਆ ਤੇ ਸੁੱਖਾ ਸਿੰਘ ਦੀ ਭੁੱਲ ਚੁੱਕ ਦੀ ਮਾਫੀ ਦੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ 'ਚ ਹੋ ਗਈ ਵੀ ਅੱਜ ਤੋਂ ਬਾਅਦ ਸੁੱਖਾ ਸਿੰਘ ਫੇਰ ਪੰਥ ਵਿੱਚ ਹੀ ਹੈ ਤੇ ਸੁੱਖਾ ਸਿੰਘ ਦਾ ਬਾਟਾ ਸਾਡੇ ਨਾਲ ਸਾਂਝਾ ਹੈ। ਪਹਿਲਾਂ ਬਾਟਾ ਵੱਖਰਾ ਕਰਤਾ ਸੀ, ਹੁਣ ਬਾਟਾ ਇਕੱਠਾ ਹੋ ਗਿਆ। ਚਾਉ ਪਈ ਘੋੜੇ ਮੋੜ ਸਭੈ ਉਨ ਦਏ। ਕਹਿੰਦੇ ਉਹਨੇ ਸਾਰੇ ਸਿੰਘਾਂ ਦੇ ਘੋੜੇ ਮੋੜ ਦਿੱਤੇ। ਕਹਿੰਦਾ ਨਾ ਭਰਾਵੋ, ਘੋੜੇ ਤੁਹਾਡੇ ਤੇ ਮੇਰੇ ਕੋਈ ਫਰਕ ਨਹੀਂ ਹੈ, ਘੋੜੇ ਨਹੀਂ ਮੈਂ ਲੈਣੇ ਤੁਹਾਡੇ, ਤੁਹਾਡੀਆਂ ਬਖਸ਼ਿਸ਼ਾਂ ਲੈਣੀਆਂ, ਮੈਨੂੰ ਬਖਸ਼ ਦਿੱਤਾ, ਇੰਨਾ ਹੀ ਧੰਨਵਾਦ ਹੈ ਤੁਹਾਡਾ। ਸ਼ਿਆਮ ਸਿੰਘ ਕੇ ਉਨ ਰੱਖ ਲਏ। ਸਿਰਫ ਉਹਨੇ ਆਪਣੇ ਉਸਤਾਦ ਬਾਬੇ ਸ਼ਾਮ ਸਿੰਘ ਦੇ 2 ਘੋੜੇ ਰੱਖੇ ਇਨਾਮ 'ਚੋਂ, ਜਿਹੜੇ ਉਹਦੇ ਉਸਤਾਦ ਨੇ ਦਿੱਤੇ। ਉਹਨੇ ਆਖਿਆ ਇਹ ਮੇਰੇ ਉਸਤਾਦ ਦੇ ਮੈਂ ਨਾ ਨਹੀਂ ਕਰਦਾ। ਬਾਕੀ ਸਿੰਘਾਂ ਦੇ ਘੋੜੇ ਸਾਰੇ ਮੋੜ ਦਿੱਤੇ। ਸ਼ਿਆਮ ਸਿੰਘ ਕੋ ਬੇਟੋ ਕਹਾਵੈ, ਕਿਉਂਕਿ ਸ਼ਾਮ ਸਿੰਘ ਦਾ ਇਹ ਬੇਟਾ ਹੀ ਕਹਾਉਂਦਾ ਸੀ। ਸ਼ਾਮ ਸਿੰਘ ਉਹਨੂੰ ਪੁੱਤਰ ਮੰਨਦਾ ਸੀ ਸੁੱਖਾ ਸਿੰਘ ਨੂੰ। ਕਹਾਂ ਕਮੀ ਉਸ ਘੋੜਨ ਆਵੈ। ਜਿਹਦੇ ਕੋਲ 12,000 ਘੋੜਾ ਸੀ ਸ਼ਾਮ ਸਿੰਘ ਕੋਲ, ਉਹਨੂੰ ਕੀ ਕਮੀ ਸੀ ਉਹਦੇ ਪੁੱਤਰ ਨੂੰ? ਉਹਨੂੰ ਕੋਈ ਘਟੀ ਕਮੀ, ਘੋੜਿਆਂ ਦੀ ਕੋਈ ਖਾਸ ਕਮੀ ਨਹੀਂ ਸੀ। ਪੰਥ ਵਿੱਚ ਬੇਅੰਤ ਕਿਰਪਾ ਸੀ। ਉਹਨੇ ਆਪਣੇ ਉਸਤਾਦ ਦੇ 2 ਵਧੀਆ ਘੋੜੇ ਜਿਹੜੇ ਸੀ ਨਾ ਉਹ ਰੱਖੇ, ਬਾਕੀ ਮੋੜ